ਵਾਹਿਗੁਰੂ 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 ਵਾਹਿਗੁਰੂ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨ ਘਾਓ। ਖੇਤ ਜੋ ਮਾਂਡਿਓ ਸੂਰਮਾ, ਅਬ ਜੂਝਨ ਕੋ ਦਾਓ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕਟ ਮਰੈ, ਕਬਹੁ ਨਾ ਛਾਡੈ ਖੇਤ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ। ਹੋ ਸਭਨਾ ਕੀ ਰੇਣੁਕਾ, ਤੋ ਆਓ ਹਮਾਰੇ ਪਾਸ। ਤੂੰ ਮੇਰੋ ਮੇਰ, ਪਰਬਤ ਸੁਆਮੀ ਓਟ ਗਹੀ ਮੈਂ ਤੇਰੀ। ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ ਬੇਸ਼ੁਮਾਰ ਅਥਾਹ। ਅਗਨਤ ਅਤੁਲ ਜਿਉ ਬੁਲਾਵਹੁ, ਤਿਉ ਨਾਨਕ ਦਾਸ ਬੋਲੇ। ਪਰਮ ਸਨਮਾਨਯੋਗ ਜ਼ਾਹਿਰਾ ਜ਼ਹੂਰ, ਹਾਜ਼ਰਾ ਹਜ਼ੂਰ, ਸਰਬ ਕਲਾ ਸਮਰੱਥ, ਬਾਣੀ ਦੇ ਅਗੰਮੀ ਰਹਿਬਰ, ਦਸਾਂ ਗੁਰਾਂ ਦੀ ਜਾਗਦੀ ਜੋਤ, ਅਕਾਲ ਪੁਰਖ ਸਰੂਪ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਗੋਦ ਦਾ ਰੰਗ ਰਸ ਮਾਣ ਰਹੇ ਗੁਰੂ ਪਿਆਰਿਓ। ਜੁੜ ਬੈਠੇ ਹਾਂ ਸ਼ਹਾਦਤ ਦਿਹਾੜਿਆਂ ਨੂੰ ਸਮਰਪਿਤ ਗੁਰਮਤਿ ਵਿਚਾਰਾਂ ਆਪ ਜੀ ਦੇ ਸਨਮੁਖ ਭੇਟ ਕਰਾਂ। ਸਭ ਤੋਂ ਪਹਿਲਾਂ ਗੁਰਦੇਵ ਦੀ ਫਤਿਹ ਗਜਾਈਏ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਣੀ ਦਾ ਅਗੰਮੀ ਬੋਲ, ਸੁਖ ਦੁਖ ਦੋਏ ਦਰ ਕੱਪੜੇ, ਪਹਿਰੈ ਜਾਏ ਮਨੁੱਖ। ਦੁੱਖ ਅਤੇ ਸੁੱਖ ਗੁਰਬਾਣੀ ਦੇ ਮੁਤਾਬਕ ਇੱਕ ਐਸੇ ਕੱਪੜੇ ਵਾਹਿਗੁਰੂ ਨੇ ਇਨਸਾਨ ਨੂੰ ਦੇ ਦਿੱਤੇ ਹਨ, ਜਿਹੜਾ ਇੱਕ ਲਾਉਂਦਾ ਤੇ ਦੂਸਰਾ ਪਾ ਲੈਂਦਾ। ਤਨ ਨੂੰ ਨੰਗਾ ਤੇ ਕੋਈ ਨਹੀਂ ਰੱਖਦਾ। ਮੈਲਾ ਹੋ ਜਾਏ ਇੱਕ ਕੱਪੜਾ ਤੇ ਅਸੀਂ ਝੱਟ ਉਸ ਨੂੰ ਧੋਣ ਵਿੱਚ ਪਾ ਕੇ ਤੇ
सफ़ैद कपड़ा, साफ कपड़ा, धोता होया कपड़ा पा लेंदे हैं। ਉਹ ਧੋਤਾ ਹੋਇਆ ਕੱਪੜਾ ਪਾਇਆ ਮੈਲਾ ਹੋ ਜਾਏ, ਅਸੀਂ ਫਿਰ ਉਸਨੂੰ ਧੁੱਪਣ ਲਈ ਛੋੜ ਦਿੰਦੇ ਹਾਂ। ਫਿਰ ਇੱਕ ਸਫੈਦ ਕੱਪੜਾ, ਸਾਫ਼ ਕੱਪੜਾ, ਧੁੱਪਿਆ ਹੋਇਆ ਕੱਪੜਾ ਫਿਰ ਲੱਭ ਲੈਂਦੇ ਹਾਂ ਪਾਉਣ ਲਈ। ਆਪਣੇ ਤਨ ਨੂੰ ਢੱਕਣ ਲਈ ਸਾਡੇ ਕੋਲ ਕੱਪੜੇ ਦੋ ਹੋਣੇ ਲਾਜ਼ਮੀ ਨੇ। ਪਾਇਆ ਹੋਵੇ ਇੱਕ ਹੋ ਜਾਏ ਮੈਲਾ ਤੇ ਦੂਸਰਾ ਪਾ ਲੈਂਦੇ ਹਾਂ। ਸਤਿਗੁਰਾਂ ਨੇ ਵੀ ਦੋ ਕੱਪੜੇ ਸਾਨੂੰ ਦਿੱਤੇ ਹਨ, ਤਨ ਦੇ ਨਹੀਂ, ਕੇਵਲ ਤਨ ਦੇ ਨਹੀਂ, ਮਨ ਦੇ ਵੀ ਕੱਪੜੇ ਨੇ। ਗੁਰਦੇਵ ਕਹਿ ਰਹੇ ਸੁਖ ਦੁੱਖ ਦੋਏ ਦਰ ਕੱਪੜੇ, ਪਹਿਰੇ ਜਾਏ ਮਨੁੱਖ। ਸੁੱਖਾਂ ਦਾ ਬਹੁਤ ਵੱਡਾ ਵੇਲਾ ਆ ਜਾਵੇ ਜੀਵਨ ਵਿੱਚ। ਘਰ ਵਿੱਚ ਕਿਸੇ ਨੇ ਜਨਮ ਲੈ ਲਿਆ ਹੋਵੇ, ਬੱਚੇ ਨੇ ਜਨਮ ਦਿਨ ਮਨਾਉਣਾ ਹੋਵੇ, ਸੁੱਖ ਹੈ, ਸਾਡੀ ਨਜ਼ਰ ਵਿੱਚ ਸੁੱਖ ਹੈ। ਫਿਰ ਕਿਸੇ ਦਾ ਵਿਆਹ ਹੋਵੇ, ਘਰ ਵਿੱਚ ਬਰਾਤ ਚੜ੍ਹਨੀ ਹੋਵੇ, ਸੁੱਖ ਹੈ, ਸਾਡੀ ਨਜ਼ਰ ਵਿੱਚ ਸੁੱਖ ਹੈ। ਫਿਰ ਬੱਚਾ ਸਕੂਲ ਵਿੱਚ ਪਾਸ ਹੋ ਜਾਵੇ ਚੰਗੇ ਨੰਬਰਾਂ ਨਾਲ, ਸੁੱਖ ਹੈ। ਫਿਰ ਮੈਂ ਕਹਿ ਦੇਵਾਂ ਸਾਡੀ ਨਜ਼ਰ ਵਿੱਚ ਸੁੱਖ ਹੈ। ਕੋਈ ਬਹੁਤ ਵੱਡਾ ਇਨਾਮ ਮਿਲ ਜਾਵੇ, ਕਾਰੋਬਾਰ ਵਿੱਚ ਮੁਨਾਫਾ ਹੋ ਜਾਵੇ, ਚੰਗੀ ਨੌਕਰੀ ਮਿਲ ਜਾਵੇ, ਘਰ ਔਲਾਦ ਚੰਗੀ ਹੋ ਜਾਵੇ, ਸਾਨੂੰ ਜਾਪਦਾ ਸੁੱਖ ਹੈ। ਪਰ ਭੁਲੇਖੇ ਵਿੱਚ ਅਸੀਂ ਪੈ ਜਾਂਦੇ ਹਾਂ ਕਿ ਸੁੱਖ ਸਦਾ ਰਹਿ ਜਾਏਗਾ। ਗੁਰਦੇਵ ਕਹਿ ਰਹੇ ਨਹੀਂ, ਮੁਗਾਲਤਾ ਹੈ, ਬੜਾ ਵੱਡਾ ਧੋਖਾ ਹੈ ਤੈਨੂੰ ਕਿ ਸੁੱਖ ਸਦਾ ਰਹਿ ਜਾਏਗਾ। ਗੁਰਦੇਵ ਕਹਿ ਰਹੇ ਇੱਕਦਮ ਤੈਨੂੰ ਦੁੱਖ ਲਈ ਤਿਆਰ ਬਰ ਤਿਆਰ ਖਲੋਣਾ ਪਵੇਗਾ। ਜਿਵੇਂ ਸਰਦੀ ਦਾ ਮੌਸਮ, ਸਿਆਲ ਦਾ ਮੌਸਮ, ਪੋਹ ਦੀਆਂ ਰਾਤਾਂ ਚੱਲ ਰਹੀਆਂ, ਦਿਨੇ ਧੁੱਪ ਨਿਕਲਦੀ ਹੈ, ਬੜਾ ਚੰਗਾ ਲੱਗਦਾ ਹੈ, ਬਹੁਤ ਅੱਛਾ ਲੱਗਦਾ ਹੈ। ਸੂਰਜ ਵੇਖ ਕੇ, ਰੌਸ਼ਨੀ ਵੇਖ ਕੇ, ਧੁੱਪ ਨਿੱਘ ਮਾਣ ਕੇ ਗਰਮੀ ਦਾ ਬਹੁਤ ਵਧੀਆ ਲੱਗਦਾ। ਪਰ ਹੁਣ ਮੈਂ ਸੋਚ ਲਵਾਂ ਕਿ ਸੂਰਜ ਸਦਾ ਲਈ ਕਾਇਮ ਰਹਿ ਜਾਵੇ, ਇਹ ਦਿਨ, ਇਹ ਗਰਮੀ, ਇਹ ਸੋਜ਼, ਇਹ ਤਪਸ਼ ਸਦਾ ਲਈ ਕਾਇਮ ਰਹੇ, ਮੇਰਾ ਭੁਲੇਖਾ ਹੋਵੇਗਾ। ਸੂਰਜ ਢਲੇਗਾ, ਸ਼ਾਮ ਪਏਗੀ, ਰਾਤ ਹੋਏਗੀ, ਠੰਡ ਆ ਜਾਏਗੀ। ਇਸੇ ਤਰ੍ਹਾਂ ਗੁਰਦੇਵ ਕਹਿ ਰਹੇ ਨੇ ਸੁੱਖਾਂ ਦਾ ਸਮਾਂ ਬਹੁਤਾ ਦੇਰ ਤੇਰੇ ਤੇ ਟਿਕਿਆ ਰਹੇ, ਭੁਲੇਖੇ 'ਚ ਨਾ ਪੈ ਜਾਈਂ। ਦੁੱਖਾਂ ਦੀ ਰਾਤ ਵੀ ਤੇਰੇ ਕੋਲ ਆਉਣੀ ਆ ਹੁਣ। ਪਰ ਦੁੱਖਾਂ ਦੀ ਰਾਤ ਭਾਵ ਘਰ ਵਿੱਚੋਂ ਕੋਈ ਪ੍ਰਾਣੀ ਚਲਾਣਾ ਕਰ ਜਾਵੇ, ਬੱਚਾ ਫੇਲ ਹੋ ਜਾਵੇ, ਕਾਰੋਬਾਰ ਵਿੱਚ ਬੜੀ ਮੰਦੀ ਪੈ ਜਾਵੇ, ਘਰ ਵਿੱਚ ਚੋਰੀ ਹੋ ਜਾਵੇ, ਕੋਈ ਖੁੱਸ ਜਾਵੇ ਸਮਾਨ ਆਪਣੇ ਆਪ ਤੋਂ, ਔਲਾਦ ਚੰਗੀ ਨਾ ਨਿਕਲੇ, ਸਾਡੀ ਨਜ਼ਰ ਵਿੱਚ ਦੁੱਖ ਹੈ। ਚੋਟ ਲੱਗ ਜਾਵੇ, ਐਕਸੀਡੈਂਟ ਹੋ ਜਾਵੇ, ਹਸਪਤਾਲ ਜਾਣਾ ਪਏ, ਵਕੀਲਾਂ ਨੂੰ, ਪੁਲਿਸ ਨੂੰ, ਡਾਕਟਰਾਂ ਨੂੰ ਪੈਸੇ ਦੇਣੇ ਪੈ ਜਾਣ, ਸਾਡੇ ਲਈ ਦੁੱਖ ਹੈ, ਸਾਡੀ ਨਜ਼ਰ ਵਿੱਚ ਦੁੱਖ ਹੈ। ਅਤੇ ਅਸੀਂ ਹੁਣ ਢਹਿ ਢੇਰੀ ਹੋ ਜਾਈਏ ਕਿ ਦੁੱਖ ਸਦਾ ਲਈ ਕਾਇਮ ਰਹਿ ਜਾਏਗਾ, ਮੇਰੇ ਤੇ ਜੀਵਨ ਦਾ ਮਨੋਰਥ ਹੀ ਕੋਈ ਨਹੀਂ ਰਿਹਾ। ਆਤਮ ਘਾਤੀ ਵੀ ਹੋ ਜਾਂਦੇ ਹਨ ਲੋਕ, ਡਿਪਰੈਸ਼ਨ ਵਿੱਚ ਵੀ ਚਲੇ ਜਾਂਦੇ ਹਨ, 100 ਤਰ੍ਹਾਂ ਦੀ ਬਿਮਾਰੀਆਂ ਵੀ ਮੋਲ ਲੈਂਦੇ ਨੇ ਇਹ ਸੋਚ ਕੇ ਕਿ ਦੁੱਖ ਸਦਾ ਲਈ ਰਹਿ ਜਾਏਗਾ। ਗੁਰੂ ਸਾਹਿਬ ਕਹਿਣਗੇ ਨਹੀਂ, ਫਿਕਰ ਨਾ ਕਰ, ਸੁੱਖਾਂ ਦਾ ਚਾਨਣ ਆਉਣ ਵਾਲਾ ਹੈ। ਸੁੱਖ ਦੁੱਖ ਦੋਏ ਦਰ ਕੱਪੜੇ, ਪਹਿਰੇ ਜਾਏ ਮਨੁੱਖ। ਗੁਰਬਾਣੀ ਵਿੱਚ ਸੁੱਖ ਔਰ ਦੁੱਖ ਨੂੰ ਇਕੁਅਲ ਇੰਪੋਰਟੈਂਸ ਹੈ। ਨਾ ਕਿਸੇ ਨੂੰ ਗੁਰੂ ਸਾਹਿਬ ਨੇ ਨਖਿੱਧ ਕਿਹਾ ਹੈ, ਨਾ ਦੁੱਖ ਵੇਲੇ ਢਹਿ ਢੇਰੀ ਹੋ ਜਾਣ ਨੂੰ ਕਿਹਾ, ਤੇ ਨਾ ਸੁੱਖ ਵੇਲੇ ਭੰਗੜੇ ਪਾਉਣ ਨੂੰ ਕਿਹਾ। ਨੱਚਣ ਕੁੱਦਣ ਮਨ ਕਾ ਚਾਓ, ਨਾਨਕ ਜਿਨ ਮਨ ਭਾਓ, ਤਿਨਾ ਮਨ ਪਾਓ। ਦੁਖੀ ਹੋਵੇ ਤੇ ਗੁਰੂ ਸਾਹਿਬ ਨੇ ਸਾਫ਼ ਕਹਿ ਦਿੱਤਾ। ਗੁਰੂ ਅਮਰਦਾਸ ਪਾਤਸ਼ਾਹ ਚਲਾਣਾ ਕਰ ਰਹੇ ਨੇ, ਸਭ ਤੋਂ ਵੱਡਾ ਅਸੀਂ ਦੁੱਖ ਕਿਸੇ ਨੂੰ ਮੰਨਦੇ ਹਾਂ, ਘਰ ਵਿੱਚ ਕੋਈ ਪ੍ਰਾਣੀ ਚਲਾਣਾ ਕਰ ਜਾਵੇ। ਗੁਰੂ ਅਮਰਦਾਸ ਪਾਤਸ਼ਾਹ ਚਲਾਣਾ ਕਰਨ ਲੱਗੇ ਨੇ, ਸਿੱਖਾਂ ਦੇ ਮਨ ਵਿੱਚ ਬੜਾ ਦੁੱਖ, ਬੜਾ ਦੁੱਖ, ਅੱਖਾਂ ਭਰ ਗਈਆਂ। ਗੁਰਦੇਵ ਜਾ ਰਹੇ ਨੇ, ਬੜੀ ਸੰਗਤ ਦੇ ਹਰਮਨ ਪਿਆਰੇ ਸਤਿਗੁਰੂ ਜਾ ਰਹੇ ਨੇ, ਸਖਤ ਹਦਾਇਤ ਕਰਦੇ ਹਨ ਗੁਰੂ ਸਾਹਿਬ ਉੱਧਰ। ਜਿੱਥੇ ਸੁੱਖਾਂ ਵਿੱਚ ਕਹਿੰਦੇ ਨੇ ਕਿ ਭੰਗੜੇ ਹੀ ਨਾ ਪਾਉਂਦਾ ਫਿਰੀ, ਦੁੱਖਾਂ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਮਤ ਮੈਂ ਪਿੱਛੇ ਕੋਈ ਰੋਵ ਸੀ, ਸੋ ਮੈਂ ਮੂਲ ਨਾ ਪਾਇਆ। ਕਹਿੰਦੇ ਨੇ ਮੈਂ ਚਲਾਣਾ ਕਰਨ ਲੱਗਾ, ਸਰੀਰ ਛੋੜਨ ਲੱਗਾ,
ਚੌਥੇ ਗੁਰਦੇਵ ਭਾਈ ਜੇਠਾ ਗੁਰੂ ਰਾਮਦਾਸ ਬਣਨ ਵਾਲੇ ਹਨ। ਮਤਾਂ ਤੁਸੀਂ ਸੋਗ ਮਨਾਉਂਦੇ ਹੋਵੋ ਕਿ ਗੁਰੂ ਅਮਰਦਾਸ ਜਾ ਰਹੇ ਨੇ। ਮਤ ਮੈਂ ਪਿੱਛੇ ਕੋਈ ਰੋਵ ਸੀ, ਮਤਾਂ ਮੇਰੇ ਪਿੱਛੇ ਕੋਈ ਰੋਂਦਾ ਹੋਵੇ, ਸੋ ਮੈਂ ਮੂਲ ਨਾ ਪਾਇਆ। ਕਹਿੰਦੇ ਮੈਂ ਮੂਲੋਂ ਰੱਦ ਕਰਦਾ ਕਿ ਅਗਰ ਕੋਈ ਰੋਂਦਾ ਹੈ, ਮੈਨੂੰ ਬਿਲਕੁਲ ਉਹ ਸਿੱਖ ਚੰਗਾ ਨਹੀਂ ਲੱਗੇਗਾ ਅਗਰ ਉਹ ਦੁਖੀ ਹੋ ਕੇ ਰੋਂਦਾ ਹੈ। ਪਰ ਇਹੀ ਰੋਣਾ ਬਹੁਤ ਚੰਗਾ ਲੱਗਦਾ ਹੈ ਗੁਰਬਾਣੀ ਨੂੰ। ਤੇ ਅਗਰ ਅਸੀਂ ਰੋਂਦੇ ਹਾਂ, ਗੁਰਬਾਣੀ ਕਹਿੰਦੀ ਜਿਹੜਾ ਰੋਂਦਾ ਹੀ ਨਹੀਂ ਉਸਦੇ ਮਨ ਵਿੱਚ ਹਿਰਦਾ ਹੈ, ਉਸਦੇ ਹਿਰਦੇ ਵਿੱਚ ਪਿਆਰ ਹੀ ਕੋਈ ਨਹੀਂ। ਫਰੀਦਾ ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ, ਜਿਤ ਤਨ ਬਿਰਹੋਂ ਨਾ ਉਪਜੈ, ਸੋ ਤਨ ਜਾਣ ਮਸਾਨ। ਫਰੀਦ ਜੀ ਕਹਿ ਰਹੇ ਨੇ ਜਿਹੜਾ ਰੋਂਦਾ ਨਹੀਂ ਉਹ ਤੇ ਜ਼ਿੰਦਾ ਲਾਸ਼ ਸਮਝੋ, ਜ਼ਿੰਦਾ ਲਾਸ਼। ਹੁਣ ਕਿਧਰੇ ਗੁਰਬਾਣੀ ਕਹਿੰਦੀ ਹੈ ਬਿਲਕੁਲ ਨਹੀਂ ਰੋਣਾ, ਕਿਧਰੇ ਕਹਿੰਦੀ ਜਿਹੜਾ ਨਹੀਂ ਰੋਂਦਾ ਉਹ ਤੇ ਲਾਸ਼ ਹੈ। ਸਮਝਣਾ ਪਵੇਗਾ ਹੈ ਕਿ ਰੋਣਾ ਚਾਹੀਦਾ ਹੈ ਕਿ ਨਹੀਂ। ਮੈਂ ਗੱਲ ਇੱਧਰੋਂ ਸ਼ੁਰੂ ਕਿਉਂ ਕੀਤੀ? ਇਹ ਪੋਹ ਦੀਆਂ ਰਾਤਾਂ ਕਲਗੀਧਰ ਹੋਰਾਂ ਦੇ ਪਰਿਵਾਰ 'ਤੇ ਬੜਾ ਭਾਰਾ ਸਮਾਂ ਹੋ ਕੇ ਆਇਆ, ਬੜਾ ਭਾਰਾ ਸਮਾਂ। ਸਾਰਾ ਸਰਬੰਸ ਇੱਕ ਹਫ਼ਤੇ ਵਿੱਚ ਵਾਰ ਛੱਡਿਆ, ਸਮੇਤ ਖਾਲਸੇ ਦੇ ਇੱਕ ਹਫ਼ਤੇ ਵਿੱਚ ਸ਼ਹੀਦੀਆਂ ਪਾ ਗਏ। 6 ਪੋਹ ਦੀ ਰਾਤ ਅਨੰਦਪੁਰ ਦਾ ਛੱਡਣਾ, 13 ਪੋਹ ਸਾਹਿਬਜ਼ਾਦਿਆਂ ਦੀ ਸ਼ਹਾਦਤ, ਇੱਕ ਹਫ਼ਤੇ ਦਾ ਸਮਾਂ। TV ਚੈਨਲ ਜਿਹੜਾ ਮੈਂ ਲਗਾ ਲਵਾਂ, ਜਿਹੜੇ ਮਰਜ਼ੀ ਗੁਰਦੁਆਰੇ ਤੋਂ ਕਥਾ ਸੁਣ ਲਵਾਂ, ਹੋਵੇ ਫਤਿਹਗੜ੍ਹ ਸਾਹਿਬ, ਕਿਸੇ ਹੋਰ ਇਤਿਹਾਸਿਕ ਗੁਰਦੁਆਰੇ ਤੋਂ, ਮੈਂ ਦੇਖਦਿਆਂ ਪੰਥ ਵਿੱਚ ਇੱਕ ਬਹੁਤ ਵੱਡੀ ਘਾਟ ਜਿਹੜੀ ਆ ਰਹੀ ਹੈ। ਇਤਿਹਾਸ ਸੁਣਾਉਂਦੇ ਪ੍ਰਚਾਰਕ ਵੀ ਰੋ ਪੈਂਦੇ ਨੇ ਤੇ ਸੁਣ ਕੇ ਸੰਗਤ ਵੀ ਰੋ ਪੈਂਦੀ ਹੈ। ਇਹ ਰੋਣਾ ਤੇ ਗੁਰੂ ਸਾਹਿਬ ਨੇ ਕਿਹਾ ਮਤ ਮੈਂ ਪਿੱਛੇ ਕੋਈ ਰੋਵ ਸੀ, ਸੋ ਮੈਂ ਮੂਲ ਨਾ ਪਾਇਆ। ਦੁੱਖ ਦੇ ਰੋਣ ਔਰ ਵੈਰਾਗ ਦੇ ਰੋਣ ਵਿੱਚ ਬੜਾ ਅੰਤਰ ਹੈ, ਬੜਾ ਅੰਤਰ ਹੈ, ਬਹੁਤ ਅੰਤਰ ਹੈ। ਅਥਰੂ ਗਿਰਦੇ ਹਨ ਜਦੋਂ ਅਸੀਂ ਬਹੁਤ ਦੁਖੀ ਹੁੰਦੇ ਹਾਂ, ਪਰ ਅਥਰੂ ਗਿਰਦੇ ਹਨ ਜਦੋਂ ਅਸੀਂ ਕਈ ਵਾਰ ਬਹੁਤ ਖੁਸ਼ ਹੁੰਦੇ ਹਾਂ ਤਾਂ ਵੀ ਅਥਰੂ ਗਿਰਦੇ ਹਨ। ਅਸੀਂ ਕਹਿੰਦੇ ਹਾਂ ਸੁੱਖ ਦੇ ਹੰਝੂ ਹਨ। ਇਤਿਹਾਸ 'ਚੋਂ ਕਿਤੇ ਮੈਨੂੰ ਲੱਭ ਕੇ ਦਿਖਾ ਦੇਵੋ 4 ਲਾਲ ਵਾਰ ਦਿੱਤੇ ਹੋਣ 2 ਅੱਖਾਂ ਸਾਹਮਣੇ, 2 ਨੂਰਾ ਮਾਹੀ ਦੇ ਸੰਦੇਸ਼ੇ 'ਤੇ ਸੁਣ ਕੇ ਕਿਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਹੰਝੂ ਵਹਾਏ ਹੋਣ। ਹੰਝੂ ਵਹਾਉਣਾ ਦੁੱਖ ਕਰਕੇ ਕਮਰ ਨੂੰ ਤੋੜ ਦੇਣਾ ਹੈ, ਦਿਲ ਦਾ ਢਹਿ ਜਾਣਾ ਹੈ। ਫਿਰ ਅਰਦਾਸ ਵਿੱਚ ਇਹ ਬੋਲ ਕਿਵੇਂ ਬੋਲ ਸਕਦੇ ਹਾਂ? ਨਾਨਕ ਨਾਮ ਚੜ੍ਹਦੀ ਕਲਾ। ਰੋਣ ਵੇਲੇ ਤੇ ਕੋਈ ਚੜ੍ਹਦੀ ਕਲਾ 'ਚ ਨਹੀਂ ਹੁੰਦਾ। ਪਰ ਮੁਆਫ ਕਰਨਾ, ਪ੍ਰਚਾਰਕਾਂ ਨੇ ਵੀ ਇਸ ਨੂੰ ਰੋਟੀਆਂ ਕਾਰਨ ਪੂਰੇ ਤਾਲ ਬਣਾਇਆ ਹੈ। 4 ਸ਼ੇਰ ਜੋਗੀ ਅੱਲਾ ਯਾਰ ਖਾਨ ਦੇ ਸੁਣਾ ਦੇਵੋ, ਸੰਗਤ ਭਾਵੁਕ ਹੋ ਜਾਏਗੀ। ਵਾਹ ਵਾਹ ਕਮਾਈ ਮੇਰੀ ਵੀ ਹੋ ਜਾਣੀ ਹੈ, ਸੰਗਤ ਵਿੱਚ ਵੀ ਬੜੀ ਵਾਹ ਵਾਹ ਖੱਟ ਲਵਾਂਗਾ। ਐਸਾ ਰੋਣਾ ਤੇ ਸਤਿਗੁਰੂ ਨੂੰ ਕਬੂਲ ਨਹੀਂ, ਉੱਕਾ ਹੀ ਕਬੂਲ ਨਹੀਂ। ਦੇਖੋ ਇਸ ਹਫ਼ਤੇ ਦੇ ਇਤਿਹਾਸ 'ਚੋਂ ਅਸੀਂ ਇਹ ਸਿੱਖਦੇ ਹਾਂ, ਜਦੋਂ ਸਤਿਗੁਰੂ ਅਰਬਾਂ ਦੀ ਜਾਇਦਾਦ ਦੇ ਮਾਲਕ ਹੈ ਸਨ, ਕਿਤਨੀ ਜਾਇਦਾਦ ਸਤਿਗੁਰਾਂ ਕੋਲ ਸੀ। ਮੈਂ ਇਤਿਹਾਸ ਦਾ ਸਟੂਡੈਂਟ ਤੇ ਨਹੀਂ, ਪਰ ਜਿੰਨੀ ਕੁ ਮੈਂ ਕਥਾ ਵਾਰਤਾਵਾਂ ਸੁਣੀਆਂ ਜਾਂ ਕਿਤੇ ਕੁਝ ਪੜ੍ਹਿਆ ਹੈ, ਉਸ ਵਿੱਚ ਮੈਂ ਇਹ ਪੜ੍ਹਿਆ ਕਿ 9 ਕਰੋੜ ਰੁਪਇਆ ਸਤਿਗੁਰੂ ਕੋਲ ਹੈ ਸੀ ਜਦੋਂ ਸਰਸਾ ਪਾਰ ਕਰ ਰਹੇ ਸੀ। 9 ਕਰੋੜ ਰੁਪਇਆ, ਤੇ ਸਤਿਗੁਰੂ ਨੇ ਸਾਰਾ ਹੀ ਬਹਾ ਦਿੱਤਾ ਸਰਸਾ 'ਚ। ਅੱਜ 9 ਕਰੋੜ ਹੋਣਾ ਨਹੀਂ ਸਾਡੇ ਕੋਲ। 9 ਕਰੋੜ ਉਸਲੇ ਜਦੋਂ 5 ਰੁਪਏ ਦਾ ਅਸੀਂ ਪਿੰਡ ਖਰੀਦ ਸਕਦੇ ਸੀ, ਉਸਲੇ ਸਤਿਗੁਰੂ ਕੋਲ ਇਤਨਾ ਪੈਸਾ ਸੀ। ਕੱਲ ਮੈਂ ਆਪਣੀ WhatsApp ਦੀ ਚੈਟ ਇੱਕ ਦੇਖ ਰਿਹਾ ਸੀ, ਇੱਕ 12ਵੀਂ ਜਮਾਤ ਦੀ ਮੇਰੀ ਇੱਕ ਸਟੂਡੈਂਟ ਅਸੀਸਪ੍ਰੀਤ ਕੌਰ, ਉਸਦਾ ਕੋਈ ਸਵਾਲ ਆਇਆ ਦਾ ਸੀ। ਮੈਂ ਸਵਾਲ ਸੁਣਦਾ ਸੀ, ਬੜਾ ਪਹਿਲਾ ਸਵਾਲ, ਉਸਦੇ ਜਵਾਬ ਵਿੱਚ ਆਪਣਾ ਵੀ ਜਵਾਬ ਸੁਣ ਰਿਹਾ ਸੀ। ਸਵਾਲ ਕਿਧਰੇ ਉਸਨੇ ਪੁੱਛਿਆ ਹੋਇਆ ਸੀ ਕਿ ਤੁਸੀਂ ਅੱਜ ਕਥਾ ਦੇ ਦੌਰਾਨ ਕਿਹਾ ਸਰ ਕਿ ਸਾਨੂੰ ਚਿੰਤਾ ਨਹੀਂ ਕਰਨੀ ਚਾਹੀਦੀ, ਤੇ ਕੀ ਮੈਂ ਪੜ੍ਹ ਰਹੀ ਹਾਂ, ਅੱਗੇ ਮੇਰਾ ਕੀ ਫਿਊਚਰ ਹੋਣਾ, ਮੈਂ ਕਿਹੜਾ ਕੋਰਸ ਲੱਭਣਾ ਹੈ, ਇਸ ਚੀਜ਼ ਦੀ ਵੀ ਚਿੰਤਾ ਮੈਂ ਨਾ ਕਰਾਂ? ਚਿੰਤਾ ਬਿਲਕੁਲ ਨਹੀਂ ਹੋਣੀ ਚਾਹੀਦੀ। ਉਸਦੇ ਜਵਾਬ ਵਿੱਚ ਜੋ ਮੈਂ ਉਸਨੂੰ ਕਿਹਾ ਸੀ,
चिंता और उदम विच बड़ा फर्क है। मैं अज इत्थे भी कह जावां, उदम करेंदियां जियो तू, कमाउंदियां सुख पुंच, ध्याइंदियां तू प्रभु मिल, नानक उतरी चिंत। चिंता उतर जाएगी। सतगुरु ने उदम करन नूं भी कहा। अपनी तरफों मैं अपना 100% दे देवां किसी चंगे काम नूं, उसका रिजल्ट वाहिगुरू ते छोड़ देवां। रिजल्ट चंगा होए तां तेरी कृपा, माड़ा होए ते मेरे करम। सतगुरु ने बड़ा उदम किया, आनंदपुर सवारिया, किला बनाया, संगत जोड़ी, खालसे की सिरजना भी की। खालसे नूं अमृतधारी बना दिता, हथियारबंद किया, जंगा युद्धां लई समा सी ते तैयार बर तैयार किया। 5 किले बनाए, लोहगढ़, फतेहगढ़, निर्मोहगढ़, होलगढ़, केसगढ़, आनंदगढ़। किलियां विच शस्त्रबद्ध भी किया। लोहगढ़ के किले विच शस्त्र बनाने भी शुरू किए ते होली दे समय होला महला गुरु साहब होलगढ़ किले विच मनाउंदे सी। 2 फौजां दा टाकरा करा के उन्होंने प्रैक्टिस कराउंदे सी कि जंग किवें लड़नी है। महान 14 जंगां लड़ियां, उदम सी, बड़ा भारी उदम कि मैं अपनी तरफों पूरी कोशिश करा कि जंग विच मेरा खालसे की फतेह होवे। पर हैरान हो जाते हैं, आनंदपुर का किला छड्ड रहे ने, चमकौर का भारा जंग लग्या, भावें जंगां भंगाणी तो शुरू हो गई सन। 14 जंगां में जदों खालसा सारा हथों निकल गया, गुरु साहब माछीवाड़े के जंगलों पहुँच गए। औरंगजेब के 2 एहलकार सतगुरु नूं मिलते हैं, कहते हैं हार मान लो, हार की सारी निशानियां मौजूद ने, असीं औरंगजेब नाल सुलह करा देवांगे। बावजूद इसदे कि खालसा नहीं है, साज नहीं ने, घोड़ाबाज नहीं है, कलगी तोड़ा नहीं है, शस्त्र गुरु साहब कोल नहीं ने, बच्चे गुरु साहब कोल नहीं ने, प्यारे गुरु साहब कोल नहीं ने, शस्त्र गुरु साहब कोल नहीं ने, पैसा दमड़ा गुरु साहब कोल नहीं है। इत्थे तक मैं कह देवां पैरां जुत्ती भी नहीं है ते सिर ते पग भी पाटी है। सारा कुछ होने के बावजूद रब ते एक भी गिला गुरु नहीं करते, सगों की शब्द प्यार विच उचारदे हन, ख्याल पातशाही 10वीं, मित्र प्यारे नूं हाल मुरीदां दा कहना। मित्र, छोटे तो छोटा दुख भी आ जाए ना घर, तो मैं लोगों को कहते सुनिया कि रब ने पता नहीं मेरे नाल ही सारी दुश्मनी कढ़नी है, मैं तो कदी किसी का बुरा नहीं किया, मेरे नाल ऐसा माड़ा क्यों हो रहा है। मैं कह देवां घर विच 4 औलादां भी अखां सामने शहीद करा दित्तियां होण तां भी वाहिगुरू दे अगे अरजोई ये कर लैनी ते कह देना मित्र प्यारे नूं हाल मुरीदां दा कहना। सो रहे ने भुंजे, सिराणा भी कोई नहीं। मैं फिर कह देवां गुरु साहब की मलकीयत का जे अंदाज़ा असीं लगाना चाहीए तो अंदाज़ा तो लगाया नहीं जा सकता, कितनी दौलत कितनी शौहरत सी। एक टूक मात्र इतिहास चो मैं एक चीज़ वर्णन कर देवां, अंदाज़ा हो जाएगा कि सतगुरु कोल पैसा दौलत कितनी सी। हिंदुस्तान का बादशाह सी औरंगजेब। औरंगजेब ने जदों किसी खुले मैदान विच बैठना होना जां अपने तखत ते बिराजमान होना ना, तो उसके एहलकारां ने उसके सिर ते चांदनी लगाई हुंदी सी, जिवें सतगुरां दे चांदनी लगी है। इस तरह की चांदनी बादशाहां दे सिरां ते शोभदी सी। औरंगजेब दे सिर ते भी चांदनी लगदी सी। उस चांदनी की उस वक़्त कीमत 1.25 लाख रुपए सी, जड़ी बादशाह हिंद औरंगजेब दे सिर ते चांदनी लगदी सी। उसकी उस वक़्त कीमत 1.25 लाख रुपया सी। ते सतगुरां दी चांदनी जिस हेठ सतगुरु बैठते सन, खालसे नूं जदों पता चलिया कि बादशाह जड़ा झूठा पातशाह है उसके सिर ते चांदनी 1.25 लाख की सजदी है, तो खालसे ने सतगुरां लई दुगनी कीमत की चांदनी 2.5 लाख रुपए की चांदनी तैयार कराई सी कि सतगुरु इस चांदनी हेठ बैठण। ते पैसे की तो कोई कमी नहीं सी।
पर मैं कह देवां फिर तो पैसे की कमी नहीं सी ते सतगुरु हंकार विच ही तुरे फिरदे, ऐसा भी नहीं देखा इतिहास ने। पर अज भुंजे सो रहे हैं। असी सुनिया कि टीम का सराहना लिया, किधर मलमल के गद्दियां च रेशम की जुत्ती च पैर रखण वाले सतगुरु अज बिना जुत्ती दे लहू लुहान पैर ने, टीम का सराहना सिर ते लैके सो रहे ने ते कह रहे हैं, जदों एहलकार सवाल पुछते हैं किधर गए तुहाडे ओ दिन जदों मलमल के गद्दियां उपर सौंदे सो। कोई रजाई नहीं, कोई तुलाई नहीं, चादर भी कोई नहीं अज ते तुहाडे कोल। सतगुरु पता की कहंदे हैं, तुध बिन रोग रजाइयां दा ओडण, नाग निवासां दे रहना। सतगुरु तुसी हार चुके हो, हार मन लवो, औरंगजेब नाल सुलह असीं करा दांगे। सतगुरु कहंदे हो सकदा है हार दियां निशानियां मौजूद होण, मैं कबूल भी करदा कि हार दियां सारियां निशानियां मौजूद ने, पर सारियां निशानियां मौजूद होने के बावजूद मैं हार नहीं मनदा। कहंदे न हार जाना होर गल है, हार मन लेना होर गल है। कहंदे नहीं मनदा। जफरनामे विच लिख लेंदे हन, ना साजो ना बाजो ना फौजो ना फर्श, नहीं है मेरे कोल कुछ भी, नहीं ने साज ना बाजो, बाज बाज कहते हैं घोड़े नूं, नहीं है बाज, ना फौजो नहीं है फौज अज मेरे को, ना फर्श कोई ज़मीन नहीं जिसका मैं मालिक होवां अज, नहीं है। तो गुरु साहब जी सारा कुछ नहीं है तो हार मान जाओ। कहते हुणे भी कुछ है, ना साजो ना बाजो ना फौजो ना फर्श, खुदावंद बख्शन दई ऐशे अर्श। हुणे भी मेरे हिरदे च खुदा बैठिया है, मैं उसके भरोसे ते बैठिया हाँ, मेरी हार मन जाना खुदा दी हार होवेगी, नहीं मनदा मैं हार। फिर एहलकार सवाल कर लेंदे हैं, असी सुनिया सी कि तुसी ते सुलाह पसंद हो, अमन पसंद हो, शांति पसंद हो, पर तुसी ते हथियार चुक ले सी, ये किस तरह की सुलाह हुई। पार्लीमेंट तो मैनू गल चेते आई, एक बार महात्मा गांधी किधरे कह बैठा सी कि गुरु गोबिंद सिंह भुल्लड़ योद्धा ने, भुल्लड़ योद्धा। इतनी जुर्रत गांधी दी सी कि उसने पार्लीमेंट तो भरी सभा विच कह दिता कि गुरु गोबिंद सिंह एक भुल्लड़ योद्धा, भुलिया होया योद्धा सी। अगर वो गुरु नानक दी गद्दी दे सच्चे वारिस हुंदे, गांधी दे बोल, अगर वो गुरु नानक दी गद्दी दे सच्चे वारिस हुंदे तां वो हथियार ना चुकदे। एक रब दा रहबरी पुरुष हथियार पसंद नहीं हुंदा, वो योद्धा भुल चुकिया सी, सच्चा योद्धा नहीं सी, गांधी दे बोल सन। ये बोल जदों प्रिंसीपल गंगा सिंह दे कन्नां च पहुंचे, वो गांधी नूं मिलण लई दिल्ली पहुंच गए सन। फिर किसी मौके जदों गांधी पार्लीमेंट तो बाहर निकलिया तो प्रिंसीपल गंगा सिंह ने उसनूं पकड़ लिया सी ते पुछया सी की तुसी ये बोलिया कि कलगीधर गुरदेव भुल्लड़ योद्धा ने। इतनी जुर्रत किसी सिख दी कि राष्ट्रपिता जिसनूं दुनिया कहंदी सी उसनूं ये सवाल कर लेना शरेआम सारियां दे विच, मीडिया दे विच। डरदे हुए गांधी ने कहा जी हाँ मैं बोलिया सी। की तुसी हुणे भी इसे अपने फरमान ते अटल खलोंदे हो? हाँ मैं खलोंदा। गुरु गोबिंद सिंह एक भुल्लड़ योद्धा सी। क्यों? क्योंकि उन्होंने हथियार चुक लिया सी। एक सच्चा रहबरी पुरुष, एक महापुरुष, एक अवतार कदी हथियार पसंद नहीं हुंदा। गांधी ने बड़ी जुर्रत नाल प्रिंसीपल गंगा सिंह नूं ठोक के जवाब दिता सी कि गुरु नानक ने कभी हथियार नहीं उठाया था। तो गुरु गोबिंद सिंह उनके सच्चे वारिस कैसे हुए? प्रिंसीपल गंगा सिंह ने उसनूं दूसरी बार पूछया तुसी होश विच बयान दिता है? कहंदे मैं होश विच बयान दिता है। हुण प्रिंसीपल गंगा सिंह ने सवाल पाया तुसी किस दे पुजारी हो? असीं सुनिया गांधी मरदे हुए भी कह रहा सी हे राम। कहा कि नहीं ये ओ जाने जा खुदा
पर किताबां 'च इस तरह लिखिया, मरदे होए नत्थू राम गोडसे ने गोली मारी तो गांधी दे मूँहों निकलिया, हे राम। प्रिंसीपल गंगा सिंह ने पुछ लिया, तुसी किस दे पुजारी हो? सुभावक कह दिता, मैं राम दा पुजारी हाँ, श्री राम दा पुजारी। प्रिंसीपल गंगा सिंह ने पूछया, अगर योधे भुल्लड़ हन क्योंकि हथियार चुक ले, तैनू गुरु गोबिंद सिंह दे हथ विच चमकदी शमशीर दिख गई, तैनू श्री राम दे मोढे ते पिया धनुष बाण नहीं दिखिया? जे हुण तू अपना बयान बदल के कह दवें मैं श्री कृष्ण दा पुजारी हाँ, ते की तैनू कृष्ण दे हथ विच घुमदा सुदर्शन चक्र नहीं दिखिया? की शिव दे हथ विच त्रिशूल तैनू नहीं दिख रहा? जां फिर हिरण्या कश्यप नू मारन वाला जिहड़ा नरसिंह अवतार परमात्मा धार के आया, कि उसदे वड्डे नाखून तैनू नहीं दिख रहे? गल कि सारे अवतारां दे कोल हथियार है सन। सक पका गया सी गांधी, शर्मसार हो गया सी ते गल कट्टण दी कोशिश की। इस बात को यहीं रखते हैं। गंगा सिंह कहते इस बात को यहाँ कैसे रख लें? शरेआम पूरे हिंदुस्तान विच रेडियो ते तू कहा सी कि भुल्लड़ योधा ने रेडियो ते माफ़ी मंग, नहीं तो यह गल मैं मीडिया ते जाहिर कर देवांगा कि गांधी कोल कोई जवाब नहीं। शरेआम पैरां ते डिग के गंगा सिंह दे गांधी ने माफ़ी मंगी सी कि मेरे तो गलती हो गई। मैं गल क्यों की थी? गुरु गोबिंद सिंह साहब ने भी सवाल करते हैं एहलकार कि एक महापुरुष कदी तलवार नहीं चुकता, तुसी तलवार क्यों चुकी है? तो गुरु गोबिंद सिंह साहब उसनू चेते कराउंदे कि मेरे को एक महान ग्रंथ सी विद्या सागर, कदी तुसी दर्शन कीते हुंदे उस ग्रंथ दे? इतिहास लिखता है 300 किलो वजन सी उस ग्रंथ का। गुरु साहब ने अपने हाथ नाल लिखिया हुई कवितावां, अपने हाथ नाल लिखिया इतिहास उस ग्रंथ विच कलमबंद कीता सी। नाम सी विद्या सागर। सरसा के किनारे जदों परिवार विछोड़ा हो रहा सी, ये ग्रंथ भी रुड़दा गया, सिख पंथ तो जांदा गया। गुरु साहब एहलकारां नूं दस रहे हैं, कदी तुसी दर्शन कीते हुंदे विद्या सागर दे तां तुसी मैनूं ये ना पुछदे, तुहानूं चेते हुंदा कि मैं तलवार दा पुजारी, मैं तलवार दा प्रेमी नहीं, मैं तो कलम दा पुजारी सी। फिर गुरदेव तुसी तलवार क्यों चुक लई? सतगुरु कहते हैं जफरनामे विच, बलाचार गी द्रम्याम आमदम बतद बीरो तीरो तुफंग आमदम चूंकार रज हमा हीलते दरगुजस्त हलाल अस्त बुरदन बा शमशीर दस्त। कहते लाचार हो के मैं तलवार चुकी है। मैं हाथ जोड़े औरंगजेब दे 7 महीने मैं बेनती करता रहा आनंदपुर के किले विच, ऐ औरंगजेब, मेरे पिता गुरदेव 1675 विच 9 साल दे मैनू घर छोड़ के गए सी, ये कह के कि मेरी शहादत हो जाए, औरंगजेब का दिल पसीज जाए, हिंदू धर्म बच जाए, मैं शहीद होने जा रहा। ऐ औरंगजेब, उन्हां दे लहू नाल भी तेरी प्यास ना बुझी। मैं तेनू बेनती करदा, तेरे हाथ जोड़दा, अपने जालिम कदम रोक लै। हिंदू धर्म मलीदिया जा रहा है, हिंदू धर्म मलिया मेट हो रहा है, हिंदू धर्म का नाश कर रहे हैं तेरे जालिम कदम, अपने कदम रोक लै, मैं तेरे अगे हथ बनदा। तो औरंगजेब चिट्ठी विच मैं ये भी लिख के भेजदा, अगर तू चाहता है तो मैं तेरे पैर भी पकड़ सकदा। कौन कह रहा है? 10वें नानक श्री गुरु गोबिंद सिंह, निमरता दी मूरत। औरंगजेब तू चाहे तो मैं तेरे पैर भी पकड़ सकदा कि तेरे जालिम कदम रुक जान। ऐ एहलकारो, तुहाडे बादशाह ने अपने जालिम कदम नहीं रोके, जदों मेरी बेनती करन ते भी उसदे कदम नहीं रुके, ते अपनी म्यान तो शमशीर कट के उसदे जालिम कदमां नूं कट देना मैं अपना धर्म समझदा। हुण मैं तलवार चुकी है, बलाचार गी द्रम्या मामदम, बड़ा लाचार होके मैं तलवार दी मुठ नूं हथ पाया, बहुत लाचार होके। सतगुरु दे बोल ने 7 महीने सतगुरु नूं कैद करके रखिया आनंदपुर दे किले विच खालसे समेत। 7 महीने इतिहास कई जगह 8 महीने भी लिखता है।
लगभग 7 महीनों का एक कैद बड़ा भारी जुल्म सी। क्यों? राशन पानी भी बंद कर दिता मुगलों ने। मुगलों की फौज लगभग 10 लाख ते अंदर खालसा लगभग 10,000 आनंदपुर के किले 7 महीने खालसा भुखा तिहाया भी मरिया। भुखे तिहाए भी शहादतां प्राप्त कीतियां खालसे ने। खाण नूं कुछ नहीं सी। मुगल लिखते हैं कि जदों किला खाली होया, किले की शनाख्त की गई कि अंदर बचिया की है सरमाए विच। इन्हां नूं बड़ी उम्मीद सी कि अरबां की जायदाद ते बड़ा लाओ लश्कर होएगा। मुगल भी हैरान रह गए सन। किले के अंदर दे पेड़ां दियां जड़ां तक खालसा खा चुकिया सी। खाण नूं कुछ है ही नहीं सी। पेड़ां दे पत्ते भी पोच के खा गए, जंड बूटियां भी खा गए, पेड़ां दी जड़ां तक सलामत नहीं सन। 7 महीने खालसे ते कहर किया मुगलों ने। सतगुरु ने किला छड़ दिता। क्यों? औरंगजेब 22 धार दे राजे इकट्ठे हो गए। सरहंद दा नवाब वजीर खान एहलकार बनया सैनापति ते इन्हां ने सतगुरु नूं बेनती पत्र पाए। एक जिवें असी अजकल की भाषा विच कह दईए MOU साइन हो गया दोनों दे विच। संधि, 2 देशों में संधि साइन हुंदी है। औरंगजेब और सतगुरां में संधि साइन हो गई कि तुसी किला छड्ड दवो ते कांगड़ मैनू आके मिलो, असी मीटिंग करांगे, खालसे नूं कोई आंच भी नहीं आएगी। संधि साइन की गई। सतगुरु ने भी साइन किए। जे बादशाह तेरी यही मर्जी है कि मैं तेनों कांगड़ आके मिला, दीने कांगड़ जदों असी कहते हैं सतगुरु बाद चों पहुंचे हैं जिधरों जफरनामा भेजिया, कांगड़ मैनू आके मिलो, असी उत्थे बैठ के गल करांगे कि की करना है। मैं कुरान की कसम चुकदा कि तुहाडी हवा वल भी कोई नहीं तकेगा। ते 22 धार दे राजियां ने आटे दी और मिट्टी दी गऊ बना के उस पर कसमां खादियां कि असी गां दी जिसनों असी मां मनदे हां, असी इस दी कसम चुकदे हां तुसी किला छड्ड दवो, तुहाडी हवा वल भी नहीं तकदे असी। इस मौके ते जाके सतगुरु ने किला छड्डिया। हथियारां दे अधीन 10 लाख दी फौज दे डर विच गुरु ने किला नहीं छड्डिया। सतगुरां ने कुरान ते गां नूं उच्चा मन लिया, उन्हां दियां कसमां नूं, उन्हां दे धर्म नूं, उन्हां दे मजहब ते विचारां नूं उच्चा मन के गुरु साहब ने किला छड्ड दिता। केवल ते केवल इस शर्त ते कि तुसी किसी धार्मिक ग्रंथ की कसम चुक लई है ते धार्मिक ग्रंथ मेरी नज़रां विच बहुत पवित्र ने, बहुत पवित्र। भावें 10 लाख का हजूम मारन नूं तुर रहा है, भावें खून का प्यासा है, गुरु साहब अज भी इस्लाम धर्म नूं माड़ा नहीं कहते। खालसे ने हुक्म किया, विਉਂਤਬੰਦੀ हुई। सतगुरुआं ने समझाया इन्हां नूं कि मुगल चलाक बड़े ने, कसमां तोड़ देणगे। खालसे ने जिद ते कीती कि नहीं सतगुरु हुण छोड़ देना चाहिए, असी भुखे ही मर जाएंगे सारे नीते अंदर। सतगुरु ने एक स्वांग रचिया, नाटक। इतिहास बड़ा लमेरा है, बहुत छोटा करके बहुत संक्षेप में तुहाडे सामने रखना है मैं। सतगुरु ने एक स्वांग रचिया ते खालसे नूं समझाया ये कसमां तोड़ देणगे, पर क्योंकि खालसा हुक्म कर बैठा सी ते सतगुरु कहंदे असी किला ते छोड़ दांगे, तुहानूं एक छोटा जिहा नाटक करके विखाउंदे हां। सतगुरु ने की कीता, टुटे हुए छित्तर ते तप्पड़ जिहड़े अंदर सन, जानवरां दीयां हड्डियां ते सुक्के पेड़, इन्हां दी टालियां नूं एक गड्ढे विच बन दिता ते उपर शाही दुशाले उड़ा दिते ते किले तो बाहर भेज दिता। खालसे नूं दिखाण लई कि मुगलों की फितरत की है, ये 22 धार दे हिंदू राजे इन्हां दी फितरत की है, तुहानूं दिखा देवां। इस गड्ढे की पहरेदारी ते खड़ा किया भाई हरा सिंह नूं। ये नाम तुसीं याद रखना, भाई हरा सिंह है कौन? छोटे साहिबजादे शहीद हो गए सरहंद विच। सानू पता है 3 दिन मोती राम मेरा दुध पिलाउंदा रहा, बाद च कोलू विच पीड़ के इन्हां दा परिवार शहीद कर दिता।
इस मोती राम मेहरा नूं एक रात विच सेवा नहीं चेते आ गई कि एक रात विच ही सिख बन गया होवे कि चलो जी शहादत दे दिंदे कोलू च पीड़े जांगे तां की होया। उसनूं पता सी उस नाल की हो जाएगा। एक रात दा सिख नहीं बनिया। मोती राम मेहरा दा पिता सतगुरां दी फौज विच शामिल सी। इस दा नाम सी भाई हरा सिंह। ये मोती राम मेहरा दा पिता है, जिस दी ड्यूटी गुरु साहब ने लाई ते गुरु साहब ने हुक्म दिता, हरा सिंह असी तुहानूं खजाना दे के भेज रहे हैं, इस दी राखी जान तो भी वध के करनी। तप्पड़, टुटियां हड्डियां, पुराने कपड़े ते लीड़ा गुरु साहब ने बन के ते बड़े कीमती दुशाले उड़ा दिते, ताकि जदों ये गड्ढा बाहर जाए मुगल सोचन कि शाही खजाना जा रहा है। गड्ढा गया किले तो बाहर, सतगुरु ममटी ते ने खालसे नूं नाल लैके आओ दिखावा मुगलों की फितरत की है। भाई हरा सिंह जेड़े गड्ढे की पैरवी ते खड़े ने, ये शमशीर हत्थ विच पकड़ी है ते गड्ढे की रखवाली करते जा रहे ने। अध विच भी गड्ढा नहीं पहुंचा कि मुगलों ने हमला कर दिता, ये सोच के कि शाही खजाना जा रहा है। जदों चीरिया दुशाले नूं ते सारे शर्मसार होए, ये तो जानवरां दियां हड्डियां ते टुटे छित्तर ही निकले अंदरों। सतगुरु ने खालसे नूं दिखा दिता कि मुगलों की फितरत की है, पर सतगुरु कहते कुरान की कसम चुक ली, किला असीं छड्ड देवांगे। गल इत्थे ही नहीं मुकी। भाई हरा सिंह ने जदों वेख्या कि मुगलों ने हमला कर दिता है, भावें टुटे छितरां ते हमला किया, भाई हरा सिंह ने मुकाबला करना शुरू कर दिता। जिहड़ा गड्ढे दा रथवान सी ना सिंह, उसने भाई हरा सिंह नूं इशारा किया कि चलो टुटे छित्तर ही ने, असीं वापस नूं चलीए। काहदे वास्ते अपना जान नूं जोखिम विच पांदे आ मुगलों नाल, इस विच किहड़ा खजाना, चलदे आ वापस। ते भाई हरा सिंह डट गए, नहीं। कहंदे सतगुरु ने मैनूं हुक्म लाया सी, हरा सिंह खजाना भेज रहे हैं, इसकी हिफाजत जान तो भी ज़्यादा हो के करनी। कहंदे सतगुरु का हुक्म सी कि खजाना है, मेरी नज़र नाल देख टुटे छित्तर नहीं, खजाना ही है। हैरान हुंदा मैं, सतगुरू के बचनों नूं कोई कितना को पाल सकता है, किस हद तक पाल सकता है कि दिख रहे ने टुटे छित्तर ने, बचा भी लवां तां भी किहड़े तोप विच किहड़े कद्दू विच तीर मैं मार लवांगा, तां भी भाई हरा सिंह डट गए, मुगलों नाल लड़ते रहे। और टुटे छितरां तक भी नहीं पहुँचण दिता जदों तक आप शहीदी नहीं पा गए। ये आनंदपुर के पहले शहीद ने भाई हरा सिंह। सतगुरुआं दे बचनां दा कोई इतना पाबंद भी हो सकता है। सतगुरु ने खैर किला छड्ड दिता। इतिहास लिखता है 14 किलोमीटर केवल सतगुरु गए सन कि सरसा सी, 14 किलोमीटर लगभग। मैं फिर कह दवां, मैं इतिहास का स्टूडेंट नहीं, ना ही मैनू हिस्टरी की बहुती समझ है। जिन्नी को मैं किताब पढ़ी जां किधरों सुनिया तो उही इतिहास सुना सकदा। गुरबाणी का मैं स्टूडेंट हाँ, गुरबाणी के आधार पर गुरपुरब किवें मनाउंदे ये असीं सांझ पा सकते हैं। इतिहास अगे पिछे मेरे तो हो सकता है, संगत बख्शण योग है। सतगुरु सरसा के किनारे तक पहुँच गए। अद्धी रात नूं सतगुरु ने किला छड्डिया सी। सरसा के किनारे तक पहुँचते इतिहास लिखता है अमृत वेला हो गया सी। अमृत वेला हो गया। सतगुरु कोल केवल 500 सिंह हुणे बचे सी। पिछे मारकाट शुरू हो गई। कुरान दियां कसमां तोड़ दित्तियां, गऊ दियां कसमां तोड़ दित्तियां। जदों ये गल छत्ते आने का एक फकीर जिसनों औरंगजेब भी सजदा करता सी, बहुत वड्डा पीर सी, इसका नाम सी इब्राहिम। ये मुसलमानी पीर सी, सारा इस्लाम धर्म इसनों सजदा करता हुंदा सी। जदों ये गल इब्राहिम तक छत्ते आने च पहुंची, तुसी हैरान हो जाओगे गल सुन के। इब्राहिम खालसे नूं तलब होया सी। मैं फिर कह देवां, इब्राहिम कोई आम पीर नहीं सी, ये ओ पीर सी जिसनों औरंगजेब सजदा करता सी, बादशाह हिंद। तो सोच सकते हैं कितना वड्डा इस्लामी फकीर होया होवेगा। एक खालसे नूं लभदा होया, खालसे दे अगे तलब होया और खालसे नूं बेनती करके
ਅੰਮ੍ਰਿਤਧਾਰੀ ਸਿੰਘ ਸਜਿਆ ਸੀ ਇਬਰਾਹੀਮ। ਪਤਾ ਹੈ ਕਿਉਂ? ਖਾਲਸੇ ਨੇ ਇਸ ਨੂੰ ਪੁੱਛ ਲਿਆ, ਤੈਨੂੰ ਔਰੰਗਜ਼ੇਬ ਵੀ ਸਜਦੇ ਕਰਦਾ ਹੈ, ਤੂੰ 5 ਵਕਤ ਦਾ ਨਮਾਜ਼ੀ ਹੈ, ਬਹੁਤ ਉੱਚ ਕੋਟੀ ਦਾ ਪੀਰ ਹੈ, ਅਸੀਂ ਸੁਣਿਆ ਰਿੱਧੀਆਂ ਸਿੱਧੀਆਂ ਤੇਰੇ ਕਦਮਾਂ 'ਚ ਰੁਲਦੀਆਂ, ਸਾਰਾ ਇਸਲਾਮ ਤੈਨੂੰ ਝੁਕਦਾ, ਤੂੰ ਅੰਮ੍ਰਿਤਧਾਰੀ ਹੋਣ ਆਇਆ ਕਿਉਂ? ਕਹਿੰਦਾ ਅੱਜ ਮੈਨੂੰ ਪਤਾ ਚੱਲ ਗਿਆ ਕਿ ਗੁਰੂ ਗੋਬਿੰਦ ਸਿੰਘ ਤੋਂ ਸੱਚਾ ਮੁਸਲਮਾਨ ਕੋਈ ਹੈ ਹੀ ਨਹੀਂ, ਤੇ ਜਿਸ ਸੱਚੇ ਮੁਸਲਮਾਨ ਨੇ ਸੱਚੇ ਧਰਮ ਨੂੰ ਸਥਾਪਿਤ ਕੀਤਾ ਹੈ, ਅੱਜ ਮੈਂ ਸੱਚੇ ਮੁਸਲਮਾਨ ਧਰਮ ਵਿੱਚ ਸ਼ਾਮਿਲ ਹੋਣ ਆਇਆ, ਮੈਂ ਕਦਮਾਂ ਤੇ ਖਾਲਸੇ ਦੇ ਸਿਰ ਰੱਖਦਾ, ਮੈਨੂੰ ਅੰਮ੍ਰਿਤਧਾਰੀ ਬਣਾ ਲਓ। ਇਸ 36 ਆਣੇ ਦੇ ਫਕੀਰ ਇਬਰਾਹੀਮ ਨੇ ਅੰਮ੍ਰਿਤ ਛਕਿਆ ਹੈ। ਜਦੋਂ ਖਾਲਸੇ ਨੇ ਪੁੱਛਿਆ ਤੈਨੂੰ ਗੁਰੂ ਗੋਬਿੰਦ ਸਿੰਘ ਕਿਵੇਂ ਸੱਚਾ ਮੁਸਲਮਾਨ ਦਿਖਿਆ, ਕਹਿੰਦਾ ਸੱਚਾ ਮੁਸਲਮਾਨ ਉਹ ਹੈ ਜਿਹੜਾ ਕੁਰਾਨ ਤੇ, ਇਸਲਾਮ ਤੇ ਔਰ ਮੁਹੰਮਦ ਤੇ ਯਕੀਨ ਰੱਖੇ। ਕਹਿੰਦਾ ਮੈਂ ਸੋਚਦਾ ਸੀ ਕਿ ਔਰੰਗਜ਼ੇਬ ਤੋਂ ਸੱਚਾ ਮੁਸਲਮਾਨ ਕੋਈ ਨਹੀਂ, ਬੜਾ ਖੁਦਦਾਰ ਹੈ ਔਰੰਗਜ਼ੇਬ, ਹਰਾਮ ਦਾ 1 ਰੁਪਇਆ ਨਹੀਂ ਸੀ ਖਾਂਦਾ, ਈਮਾਨਦਾਰ ਬਹੁਤ ਸੀ ਔਰੰਗਜ਼ੇਬ। ਸਤਿਗੁਰੂ ਵੀ ਲਿਖਦੇ ਹਨ ਜ਼ਫਰਨਾਮੇ ਵਿੱਚ ਕਿ ਔਰੰਗਜ਼ੇਬ ਤੂੰ ਬੜਾ ਈਮਾਨਦਾਰ ਹੈ, 5 ਵਕਤ ਦਾ ਨਮਾਜ਼ੀ ਹੈ, ਤੂੰ ਜ਼ਕਾਤ ਵੀ ਦਿੰਦਾ ਹੈ, ਤੂੰ ਜੁਮਾ ਰਾਤ ਨਮਾਜ਼ਾਂ ਵੀ ਪੜ੍ਹਦਾ ਹੈ, ਤੂੰ ਕੁਰਾਨ ਦੀ ਤਲਾਵਤ ਵੀ ਕਰਦਾ ਹੈ, ਤੂੰ ਤਸਬੀਹ ਮਾਲਾ ਵੀ ਫੇਰਦਾ ਰਹਿੰਦਾ ਹੈ, ਪਰ ਇਹ ਸਭ ਕਹਿ ਕੇ ਮੈਂ ਕਹਿ ਦੇਵਾਂ ਤੂੰ ਸੱਚਾ ਮੁਸਲਮਾਨ ਹੈ, ਤੂੰ ਕਾਫਰ ਹੈ, ਤੂੰ ਮੁਸਲਮਾਨ ਨਹੀਂ ਹੈ। ਇਬਰਾਹੀਮ ਖਾਲਸੇ ਨੂੰ ਕਹਿ ਰਿਹਾ ਹੈ, ਜਿਸ ਕੁਰਾਨ ਦੀ ਕਸਮ ਚੁੱਕੀ ਸੀ ਔਰੰਗਜ਼ੇਬ ਨੇ ਕਿ ਤੁਹਾਡੀ ਹਵਾ ਵੱਲ ਵੀ ਨਹੀਂ ਤੱਕਾਂਗੇ, ਉਸ ਕੁਰਾਨ ਦੀ ਕਸਮ ਦਾ ਰੱਤਾ ਜਿੰਨਾ ਵੀ ਉਸਨੇ ਇੱਜ਼ਤ ਤੇ ਪਰਵਾਹ ਨਹੀਂ ਕੀਤੀ। ਤੇ ਉਸ ਕੁਰਾਨ ਦੀ ਕਸਮ, ਹਾਲਾਂਕਿ ਕਲਗੀਧਰ ਨੂੰ ਪਤਾ ਹੈ ਕਿ ਝੂਠੀ ਖਾ ਰਿਹਾ ਹੈ, ਆਪਣਾ ਸਾਰਾ ਸਰਬੰਸ ਵੀ ਵਾਰ ਦਿੱਤਾ, ਤਾਂ ਵੀ ਕੁਰਾਨ ਦੀ ਕਸਮ ਤੇ ਪੈਰਵੀ ਕਰਦੇ ਰਹੇ। ਤੁਹਾਡੇ ਗੁਰੂ ਗੋਬਿੰਦ ਸਿੰਘ ਤੇ ਉਹਨਾਂ ਤੋਂ ਸੱਚਾ ਮੁਸਲਮਾਨ ਮੈਨੂੰ ਕੋਈ ਨਹੀਂ ਦਿਖਦਾ। ਕੀ ਗੁਰੂ ਗੋਬਿੰਦ ਸਿੰਘ ਨੇ ਪ੍ਰਚਾਰ ਕੀਤਾ? ਇਬਰਾਹੀਮ ਨੂੰ ਕਿਹਾ, ਆਵਾਜ਼ ਦਿੱਤੀ ਕਿ ਤੂੰ ਸਿੱਖ ਬਣ? ਬਿਲਕੁਲ ਵੀ ਨਹੀਂ। ਸਤਿਗੁਰੂ ਦੇ ਕੇਵਲ ਇੱਕ ਛੋਟੇ ਜਿਹੇ ਇਸ ਕਦਮ ਤੋਂ ਕਿ ਮੈਂ ਕੁਰਾਨ ਦੀ ਕਸਮ ਕਿਸੇ ਵੀ ਧਾਰਮਿਕ ਗ੍ਰੰਥ ਉੱਪਰ ਇਤਨਾ ਯਕੀਨ ਰੱਖਦਾ ਕਿ ਉਸ ਦੀ ਕਸਮ ਅਪਵਿੱਤਰ ਨਾ ਹੋਵੇ, ਮੈਂ ਕਿਲਾ ਛੱਡ ਦੇਵਾਂਗਾ। ਕਸਮ ਉਸਨੇ ਇਹ ਖਾਧੀ ਹੈ ਕਿ ਤੁਸੀਂ ਕਿਲਾ ਛੱਡੋ, ਕਾਂਗੜ ਮੈਨੂੰ ਮਿਲੋ, ਅਸੀਂ ਮੀਟਿੰਗ ਕਰਦੇ ਹਾਂ, ਕੀ ਕਰਨਾ ਅੱਗੇ। ਕਾਂਗੜ ਕਿੱਥੇ ਗੁਰਦੇਵ ਨੇ ਪਹੁੰਚਣਾ ਸੀ, ਪਿੱਛੇ ਇਸਨੇ ਸਾਰੀ ਫੌਜ ਲਗਾ ਦਿੱਤੀ ਹੈ ਕਿ ਮਾਰ ਦਿਓ ਇਹਨਾਂ ਨੂੰ, ਖਤਮ ਕਰ ਦਿਓ। ਫਿਰ ਮੈਂ ਖਿੱਚਾ ਨਾ, ਅੰਮ੍ਰਿਤ ਵੇਲਾ ਹੋ ਗਿਆ। ਸਤਿਗੁਰੂ ਕੋਲ 500 ਸਿੰਘ ਨੇ। ਭਾਈ ਦਇਆ ਸਿੰਘ ਨੂੰ ਗੁਰੂ ਸਾਹਿਬ ਤਲਬ ਕਰਕੇ ਕਹਿੰਦੇ ਨੇ, ਭਾਈ ਦਇਆ ਸਿੰਘ ਜੀ ਅੰਮ੍ਰਿਤ ਵੇਲਾ ਹੋ ਗਿਆ, ਆਓ ਨਿਤਨੇਮ ਕਰ ਲਈਏ। ਹੈਂ, ਨਿਤਨੇਮ ਕਰ ਲਈਏ? ਸਤਿਗੁਰੂ ਨਜ਼ਰ ਮਾਰੋ, ਜਿੱਧਰ ਤੱਕ ਨਜ਼ਰ ਜਾਂਦੀ ਹੈ ਫੌਜ ਉੱਥੇ ਤੱਕ ਹੈ। 10,000 ਨਿਕਲੇ ਸਾਂ ਅਸੀਂ ਕਿਲੇ ਤੋਂ, 9,500 ਰਸਤੇ 'ਚ ਮਾਰਨ ਹੋਇਆ ਹੈ, ਕੇਵਲ 500 ਸਿੰਘ ਹੈ ਤੁਹਾਡੇ ਕੋਲ। ਇਸ ਲਈ 14 ਕਿਲੋਮੀਟਰ ਵਿੱਚ ਸਤਿਗੁਰੂ ਜੇ 9,500 ਸਿੰਘ ਸ਼ਹੀਦ ਹੋ ਸਕਦਾ ਹੈ। 3-4 ਘੰਟੇ ਤੁਸੀਂ ਨਿਤਨੇਮ ਕਰੋਗੇ, ਤੁਸੀਂ ਸੋਚਦੇ ਹੋ ਸਾਡੇ ਵਿੱਚੋਂ ਇੱਕ ਵੀ ਬਚ ਜਾਏਗਾ? ਨਿਤਨੇਮ ਕਰ ਲਈਏ। 10 ਲੱਖ ਦਾ ਹਜ਼ੂਮ ਹੈ ਗੁਰਦੇਵ ਪਿੱਛੇ, ਕੋਈ ਸੇਫ ਜਗ੍ਹਾ ਤੇ ਪਹੁੰਚ ਜਾਂਦੇ, ਕਰ ਲੈਂਦੇ ਆ ਨਿਤਨੇਮ। ਸਤਿਗੁਰੂ ਦੂਸਰੀ ਵਾਰ ਨਹੀਂ ਸਨ ਬੋਲਦੇ, ਬੈਠ ਗਏ। ਕਹਿ ਦਿੱਤਾ ਨਿਤਨੇਮ ਕਰ ਲਈ, ਬੈਠ ਗਏ। ਜੰਗ ਦੇ ਮੈਦਾਨ ਵਿੱਚ ਬੈਠ ਗਏ। ਕੋਈ ਨਹੀਂ ਦੇਖਿਆ, ਆਸਨ ਹੈ, ਗਦੇਲਾ ਹੈ, ਮੇਰੇ ਉੱਪਰ ਚਾਂਦਨੀ ਹੈ, ਚੌਰ ਕਰਨ ਵਾਲਾ ਕੋਈ ਹੈ? ਕੋਈ ਚੌਬਦਾਰ ਸਿੰਘ ਮੇਰਾ ਸੇਵਾਦਾਰ ਹੈ? ਕੋਈ ਨਹੀਂ ਦੇਖਿਆ, ਸਾਜ ਹੈਨ, ਕੀਰਤਨ ਕਿਸ ਤੇ ਹੋਵੇਗਾ ਕਿ ਨਹੀਂ? ਗੁਰੂ ਸਾਹਿਬ ਕਹਿੰਦੇ ਨੇ, ਗੁਰੂ ਸਾਹਿਬ ਦੀ ਬਾਣੀ ਪੜ੍ਹੀਏ। ਜਿਨ੍ਹਾਂ ਨੂੰ ਦਸਮ ਗ੍ਰੰਥ ਤੋਂ ਐਲਰਜੀ ਹੈ ਨਾ, ਕਦੀ ਦਸਮ ਗ੍ਰੰਥ ਨੂੰ ਪੜ੍ਹ ਕੇ ਵੇਖਿਓ। ਇਤਨੇ ਅਗੰਮੀ ਗੁਰੂ ਸਾਹਿਬ ਦੇ ਕੁਝ ਬੋਲ ਨੇ। ਗੁਰੂ ਸਾਹਿਬ ਲਿਖਦੇ ਨੇ, ਜਦੋਂ ਸਾਜ਼ ਕੋਲ ਨਾ ਹੋਣ, ਤਾਨਪੁਰੇ, ਦਿਲਰੁਬਾ, ਰਬਾਬ ਤੇ ਤਬਲੇ ਮਿਰਦੰਗ ਨਾ ਹੋਣ, ਜੰਗ ਦੇ ਮੈਦਾਨ ਵਿੱਚ ਸ਼ਸਤਰਾਂ ਦੀ ਆਵਾਜ਼ ਨੂੰ ਸਾਜ਼ ਬਣਾ ਲਓ। ਦਇਆ ਸਿੰਘ ਅੱਜ ਤੁਸੀਂ ਦੇਖੋਗੇ, ਸ਼ਸਤਰ ਚੱਲਦੇ ਹੋਣਗੇ ਪਿੱਛੇ, ਅਸੀਂ ਕੀਰਤਨ ਕਰਾਂਗੇ, ਬੜੇ ਸੋਹਣੇ ਸੁਰ ਨਿਕਲਣਗੇ। ਗੁਰੂ ਸਾਹਿਬ ਦਾ ਇੱਕ ਛੰਦ ਤੁਹਾਨੂੰ ਸੁਣਾ ਦੇਵਾਂ, ਕਿਵੇਂ ਸ਼ਸਤਰਾਂ ਦੀ ਆਵਾਜ਼ ਵਿੱਚ ਗੁਰੂ ਸਾਹਿਬ ਸਾਜ਼ਾਂ ਦੀ ਆਵਾਜ਼ ਲੱਭਦੇ ਨੇ।
कहते हैं झागड़ दंग नागड़ दंग बागड़ दंग बाजे गागड़ दंग गाजी माहा गज गाजे कागड़ दंग काती कटारी कड़ाकंग तागड़ दंग तीरंग तुपकंग तड़ाकंग। कहते हैं इस तरह तोपां ते शमशीरां चल रही होण, मैं इस विच भी वाहिगुरू का नाम लै सकदा। जाप साहब केवल पढ़ लवांगे ना, बड़ा हैरान मैं हुंदा किन्ने छंद ने। भुजंग प्रयाग छंद, छपै छंद, चाचरी छंद, चरपट छंद, हरिबोल मना छंद, मधुभार छंद, एक अछरी छंद, कितने छंद ने। छंदां दी चाल हुंदी है। हुणे समा नहीं, फिर कदी समा मिलिया चाल उपर कदी विचार रखांगा। छंदां दी चाल हुंदी है, चाल दे नाल सतगुरु ने जाप साहब लिखिया है। चाल की है भुजंग प्रयाग छंद। भुजंग हुंदा सप, सप दी चाल विच छंद चलेगा। नमस्तवंग अकाले नमस्तवंग कृपाले, नमस्तंग अरूपे नमस्तंग अनूपे, नमस्तंग अपेखे नमस्तंग लेखे, नमस्तंग काये नमस्तंग जाए। भुजंग प्रयाग छंद। चरपट छंद शस्त्र दी चाल है। सर्वंग हरता सर्वंग करता सर्वंग ख्याता सर्वंग ज्ञाता, शस्त्रां दी चाल है। एक अछरी छंद घोड़ा जंग दे मैदान विच जंग लड़दा होया थक चुकिया है। जाप साहब समाप्ति ते घोड़ा थक चुकिया, गुरु साहब लिखते हैं एक अछरी छंद। हुण एक एक टाप चल रहा है बड़े आस्ते आस्ते। कदी पढ़ियो एक अछरी छंद अजय। गुरु साहब अगे दो डंडियां पा देंगे, थक चुकिया घोड़ा। अजय अलय अभय अभय। एक एक शब्द तो बाद गुरु साहब डंडियां पा देंगे, पॉज पा देंगे। एक अछरी छंद। सतगुरुआं दी बाणी पढ़ीए तो सही कितनी रसमई है। सतगुरु ने भाई दया सिंह ने बस ये पूछया है कितने सिंह ने, कहते हैं 500। कहते हैं फिर 250 सिंह बैठ जाओ, संगत रूप विच बैठ जाओ, जिथे थां मिलती है बैठ जाओ, लाशां नूं परे करके बैठ जाओ। भावें भरा शहीद हो गए, भावें माँ बाप शहीद हो गए, अखां दे सामने बच्चे भी शहीद हो जाण, तुसी संगत रूप विच बैठ जाओ। क्यों? असी नितनेम करना है, नितनेम करना है, असी नितनेम करना है, तुसी बैठ जाओ। तो 250 सिंह घेरा पा लो, ये 250 जिहड़ी संगत बैठी है इन्हां दी रखवाली ते तुसी खड़े रहोगे ते तुसी जंग लड़ोगे। किन्ना हैरानी दा समा। 500 सिंघां विच 250 बैठ गए ने नितनेम करन ते 250 खलो गए ने जंग लड़न। नितनेम होया आसा की वार दा कीर्तन, नितनेम दियां बाणियां दा जाप, आसा की वार दा कीर्तन जंग दे मैदान विच हो रहा है, भरे मैदान विच हो रहा है। नहीं देख रहे कोई थां है बैठण दी कि नहीं, नहीं परवाह कीती साज है कि नहीं, तखत सिंघासन है कि नहीं, चांदनी चौर छतर हैन कि नहीं, मेरे को कीमती दुशाले हैन कि नहीं, साज बाज हैन कि नहीं, कोई परवाह नहीं की। परवाह केवल एक चीज़ दी, गुर सतगुरु का जो सिख अखाए, सो भल के उठ हर नाम त्यावै। हो गया, प्रभात हो गई है, अमृत वेला हो गया। गुरबाणी कहती है सो भल के उठ हर नाम त्यावै, त्याओ नाम। इतने हुक्म दे पाबंद कलगीधर आप ने, मैनू एक गल चेते आई, सांझ पा दवां। मेरे नानी जी कश्मीर तो आए हुए ने, बहुत नासाज चल रही सी उन्हां दी तबीयत। ये 2 कुछ हफ्ते उन्होंने होए दिल्ली आए नूं। बड़ी एमरजेंसी विच डॉक्टर्स ने उन्होंने भेजा कि गंगा राम जमा कराओ इन्हां नूं, पैर दी नसां उन्हां दी ब्लॉक हो गई कि ऑपरेशन कराना है इमीडिएट, हुणे अर्जेंटली कराना, नहीं तो लत्त कटनी पै सकती है। उन्होंने बाय एयर भेजा गया। रात वो दिल्ली पहुँचे, असी लगभग 11 बजे का समा सी, मैं ते मेरी माता जी असी गंगा राम पहुँच गए सी। 11 बजे उन्होंने एडमिशन मिलती है हस्पताल विच। डॉक्टर कहते हैं केस बहुत सीरीयस है, सारा खून जम चुका है। वो कुरला रहे सन, बुरी तरह दर्द विच कुरला रहे सन। असी उन्होंने एमरजेंसी वार्ड में जमा कराया, सारे डॉक्टरों की टीम रही, मैं सी, मेरा भरा भी सी, होर भी रिश्तेदार है सन, उधर होर भी बड़े मरीज सन। असी उस एमरजेंसी वार्ड में खड़े सां,
12 ਵਜੇ 1 ਵਜੇ ਕੋਈ ਰਿਪੋਰਟਾਂ ਲੈਣ ਲਈ ਸਾਨੂੰ ਭੇਜਿਆ। ਬਲੱਡ ਬੈਂਕ ਅਸੀਂ ਗਏ, ਖੂਨ ਦਾ ਸਾਰਾ ਪਤਾ ਕਰਨ, ਮੈਡੀਕਲ ਰਿਪੋਰਟਸ ਵਗੈਰਾ ਡਾਕਟਰਾਂ ਕੋਲ ਤਿਆਰ ਕਰਾਉਣੀਆਂ ਸੀ। ਮੈਂ ਔਰ ਮੇਰਾ ਕਜ਼ਨ ਦੌੜ ਰਹੇ ਸਨ, ਬਾਕੀ ਰਿਸ਼ਤੇਦਾਰ ਵੀ ਇੱਧਰ ਉੱਧਰ ਡਾਕਟਰਾਂ ਨਾਲ ਗੱਲਾਂ ਕਰ ਰਹੇ ਸਨ। ਮੈਂ ਨਾਨੀ ਕੋਲ ਖੜਾ ਸੀ, ਬੜਾ ਕੁਰਲਾ ਰਹੇ ਸਨ, ਬਹੁਤ ਦਰਦ ਵਿੱਚ ਸਨ, ਤੇ ਮੈਂ ਉਹਨਾਂ ਨੂੰ ਭਰੋਸਾ ਸਹਾਰਾ ਦੇ ਰਿਹਾ ਸੀ, ਬਸ ਠੀਕ ਹੋ ਜਾਏਗਾ, ਬਸ ਡਾਕਟਰਸ ਆ ਗਏ ਨੇ, ਠੀਕ ਹੋ ਜਾਏਗਾ। ਤੇ ਡਾਕਟਰਸ ਨੇ ਕਿਹਾ ਇੱਕਦਮ ਅਸੀਂ ਸਿਟੀ ਸਕੈਨ ਲਈ ਲੈ ਕੇ ਜਾਣਾ ਹੈ। ਮੈਨੂੰ ਚੇਤੇ ਹੈ 3 ਵੱਜ ਚੁੱਕੇ ਸਨ, ਨੀਂਦ ਕਿੱਥੇ ਆਉਂਦੀ ਹੈ। ਅਸੀਂ ਨਾਨੀ ਨੂੰ ਸਟ੍ਰੈਚਰ 'ਚ ਪਾਇਆ, ਡਾਕਟਰਸ ਨਾਲ ਸਨ। ਅਸੀਂ ਲਿਫਟ ਤੋਂ ਸਿਟੀ ਸਕੈਨ ਵਾਲੇ ਕਮਰੇ ਚਲੇ ਗਏ, ਉਹਨਾਂ ਨੂੰ ਮਸ਼ੀਨ 'ਚ ਪਾਇਆ ਗਿਆ ਤੇ ਮੈਂ ਬਾਹਰ ਜਾਣ ਲੱਗਾ, ਉਹਨਾਂ ਨੇ ਮੈਨੂੰ ਪਕੜ ਲਿਆ, ਤੂੰ ਕਮਰੇ ਤੋਂ ਬਾਹਰ ਨਾ ਜਾਈਂ। ਮੈਂ ਡਾਕਟਰਸ ਨੂੰ ਕਿਹਾ ਮੈਨੂੰ ਬਾਹਰ ਨਹੀਂ ਜਾਣ ਦਿੰਦੇ, ਬਜ਼ੁਰਗ ਨੇ, ਥੋੜ੍ਹੇ ਜਿੱਦੀ ਵੀ ਹੋ ਗਏ ਨੇ ਤੇ ਮੈਂ ਬਾਹਰ ਨਹੀਂ ਜਾ ਸਕਦਾ। ਤੇ ਡਾਕਟਰਸ ਨੇ ਇੱਕ ਬੜਾ ਭਾਰਾ ਜਿਹਾ ਜੈਕਟ, ਇੱਕ ਉਹਨਾਂ ਦਾ ਕੋਈ ਸੂਟ ਹੁੰਦਾ, ਉਹ ਮੈਨੂੰ ਪਹਿਨਾ ਦਿੱਤਾ ਕਿ ਠੀਕ ਹੈ, ਯੂ ਕੈਨ ਸਟੇ ਹੇਅਰ। ਤੇ ਮੈਂ ਖੜਾ ਹੋ ਗਿਆ। ਡਾਕਟਰਸ ਨੇ ਕਿਹਾ 10-15 ਮਿੰਟ ਲੱਗਣਗੇ ਤੁਹਾਨੂੰ ਇੱਥੇ। ਬੜੀ ਸ਼ਾਂਤੀ ਸੀ ਕਮਰੇ 'ਚ, ਬਾਹਰ ਹਸਪਤਾਲ 'ਚ ਬੜਾ ਰੌਲਾ ਸੀ, ਡਾਕਟਰਸ ਕਿੱਧਰ ਜਾ ਰਹੇ ਸਨ, ਕੋਈ ਰਿਪੋਰਟਾਂ ਕਿੱਥੇ ਹੋ ਰਹੀਆਂ ਸੀ, ਕੋਈ ਮਰੀਜ਼ ਕਿੱਥੇ ਰੋ ਰਿਹਾ ਸੀ, ਉਹਨਾਂ ਦੇ ਪਰਿਵਾਰ ਵਾਲੇ ਕਿੱਥੇ ਰੋ ਰਹੇ ਸਨ। ਪਰ ਇਹ ਕਮਰੇ ਦਾ ਦਰਵਾਜ਼ਾ ਬੰਦ ਹੋਇਆ, ਸਿਟੀ ਦੀ ਮਸ਼ੀਨ ਔਨ ਹੋਈ, ਨਾਨੀ ਨੂੰ ਉਹਨਾਂ ਨੇ ਅੰਦਰ ਪਾਇਆ, ਮੈਂ ਖਲੋਤਾ ਸੀ। ਬੜੀ ਸ਼ਾਂਤੀ ਸੀ ਕਮਰੇ 'ਚ, ਬੜੀ ਸ਼ਾਂਤੀ। ਮੇਰੀ ਨਜ਼ਰ ਗਈ ਘੜੀ ਤੇ, 3:15 ਹੋ ਚੁੱਕੇ ਸਨ। ਇੱਕਦਮ ਮੈਨੂੰ ਖਿਆਲ ਆਇਆ ਅੰਮ੍ਰਿਤ ਵੇਲਾ ਹੋ ਗਿਆ। ਪਰ ਹੁਣ ਮੈਂ ਸਮਝ ਨਾ ਲੱਗੇ, ਮੈਂ ਬਰਸ਼ ਵੀ ਨਹੀਂ ਕੀਤਾ, ਮੈਂ ਨਹਾਤਾ ਵੀ ਨਹੀਂ ਹੋਇਆ, ਇਹ ਜਗ੍ਹਾ ਵੀ ਪਤਾ ਨਹੀਂ ਸਾਫ਼ ਹੈ ਕਿ ਨਹੀਂ ਹੈ। ਹੁਣ ਮੈਂ ਕਦੋਂ ਪਾਠ ਕਰਾਂਗਾ, ਸਿਟੀ ਵਿੱਚ ਕਿੰਨਾ ਟਾਈਮ ਲੱਗਦਾ ਹੈ, ਨਿਤਨੇਮ ਕਦੋਂ ਹੋਵੇਗਾ, ਕਿੱਥੇ ਗੁਰਦੁਆਰਾ ਲੱਭੇਗਾ, ਕੋਈ ਬੈਠਣ ਦੀ ਥਾਂ ਮਿਲੇਗੀ ਕਿ ਨਹੀਂ, ਮੈਂ ਹੱਥ ਵੀ ਧੋ ਸਕਾਂਗਾ ਕਿ ਨਹੀਂ। ਇਹ ਵਿਚਾਰ ਹੁਣੇ ਚੱਲ ਰਹੇ ਸਨ। ਮੈਂ ਦਿਲ ਵਿੱਚ ਹੀ ਅਰਦਾਸ ਕਰਕੇ ਮੈਂ ਕਿਹਾ ਸਤਿਗੁਰੂ ਤੁਸੀਂ ਬਖਸ਼ਣਯੋਗ ਹੋ, ਮੈਂ ਇੱਥੇ ਹੀ ਨਿਤਨੇਮ ਸ਼ੁਰੂ ਕਰ ਲੈਂਦਾ। ਫਿਰ ਇਹ ਵੀ ਘਬਰਾਹਟ ਕਿ ਡਾਕਟਰ ਨਾਲ ਗੱਲ ਨਾ ਕਰਨੀ ਪੈ ਜਾਵੇ, ਮੈਂ ਨਿਤਨੇਮ ਵਿੱਚ ਬੋਲਾਂ, ਬੇਅਦਬੀ ਨਾ ਹੋ ਜਾਵੇ, ਡਾਕਟਰ ਨਾਲ ਕਿਵੇਂ ਗੱਲ ਕਰਾਂਗਾ। ਸਾਰੇ ਖਿਆਲਾਂ ਨੂੰ ਮੈਂ ਇੱਕ ਪਾਸੇ ਸੁੱਟਿਆ। ਮੈਂ ਕਿਹਾ ਜਾਂਦੇ ਨੇ ਖਿਆਲ ਜਾਂਦੇ ਰਹਿਣ, ਨਿਤਨੇਮ ਸਤਿਗੁਰੂ ਅੱਜ ਪੂਰਾ ਕਰਾ ਲੈਣ ਕਿਸੇ ਤਰ੍ਹਾਂ। ਸਿਟੀ ਦੇ ਕਮਰੇ 'ਚ ਸ਼ੁਰੂ ਕਰ ਦਿੱਤਾ ਮੈਂ, ਵਾਹਿਗੁਰੂ ਤੋਂ ਅਰਦਾਸ ਕਰਕੇ ਜਪਜੀ ਸਾਹਿਬ ਸ਼ੁਰੂ ਕਰ ਦਿੱਤਾ। ਅੱਧ ਵਿੱਚ ਜਪਜੀ ਸਾਹਿਬ ਪਹੁੰਚਿਆ, ਸਿਟੀ ਦਾ ਪ੍ਰੋਸੈਸ ਪੂਰਾ ਹੋਇਆ, ਡਾਕਟਰਸ ਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ, ਉਹਨਾਂ ਨੂੰ ਕੱਢਿਆ, ਜੈਕਟ ਮੈਂ ਉਤਾਰੀ, ਅਸੀਂ ਦੁਬਾਰਾ ਉਹਨਾਂ ਦੇ ਵਾਰਡ ਵਿੱਚ ਲੈ ਗਏ। ਰਸਤੇ 'ਚ ਮੈਂ ਸੀ, ਪਾਠ ਵਿੱਚ ਕੋਈ ਧਿਆਨ ਨਹੀਂ ਸੀ ਜ਼ਰਾ ਵੀ, ਜ਼ਬਾਨ ਨੂੰ ਅਭਿਆਸ ਹੈ ਪਾਠ ਕਰਨ ਦਾ, ਸਾਨੂੰ ਨਹੀਂ ਪਤਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਤੇ ਸ਼ੁਰੂ ਹੋ ਜਾਂਦਾ ਹੈ, ਵਿੱਚ ਦਾ ਜਪਜੀ ਸਾਹਿਬ ਕਿੱਥੇ ਗਿਆ ਪਤਾ ਉਦੋਂ ਚੱਲਦਾ ਜਿਨੀ ਨਾਮ ਤੇ ਆਇਆ ਗਏ ਮਸ਼ੱਕਤਕਾਰ। ਮੇਰੇ ਨਾਲ ਵੀ ਇਸ ਤਰ੍ਹਾਂ ਹੀ ਹੈ। ਪਾਠ ਸਮਾਪਤੀ ਹੋਈ, ਉਦੋਂ ਤੱਕ ਅਸੀਂ ਵਾਰਡ ਦੇ ਬਾਹਰ ਸੀਗੇ, ਉਹ ਨਾਨੀ ਨੂੰ ਅੰਦਰ ਲੈ ਗਏ। ਹੁਣ ਵਾਰੀ ਆ ਗਈ ਜਾਪ ਸਾਹਿਬ ਦੀ, ਜਪਜੀ ਸਾਹਿਬ ਤੇ ਗਿਆ ਪਤਾ ਨਹੀਂ ਕਿੱਥੇ। ਵੇਟਿੰਗ ਏਰੀਆ ਵਿੱਚ 2 ਸੋਫੇ ਪਏ ਸਨ, ਕੁਝ ਪਰਿਵਾਰ ਦੇ ਸਾਡੇ, ਕੁਝ ਹੋਰ ਮੈਂਬਰਸ ਹੋਰ ਮਰੀਜ਼ਾਂ ਦੇ ਉੱਧਰ ਸੁੱਤੇ ਪਏ ਸਨ। ਨਾਲ ਇੱਕ ਸਟ੍ਰੈਚਰ ਪਿਆ ਸੀ। ਇੱਕ ਗਾਰਡ ਬਾਰ-ਬਾਰ ਆਉਂਦਾ ਸੀ ਦੇਖਣ ਕਿ ਸਟ੍ਰੈਚਰ ਤੇ ਨਹੀਂ ਕੋਈ ਬੈਠ ਰਿਹਾ। ਵੇਟਿੰਗ ਏਰੀਆ ਵਿੱਚ ਸਟ੍ਰੈਚਰ ਤੇ ਬੈਠ ਨਹੀਂ ਸਕਦੇ ਤੁਸੀਂ। ਹੁਣ ਮੈਨੂੰ ਬੈਠਣ ਦੀ ਬਿਲਕੁਲ ਥਾਂ ਨਾ ਮਿਲੇ, ਮੈਂ ਕਿਹਾ ਕਿੱਥੇ ਬੈਠ ਕੇ ਪਾਠ ਕਰੀਏ। ਮੈਂ ਅੱਖਾਂ ਬੰਦ ਕੀਤੀਆਂ ਔਰ ਸਟ੍ਰੈਚਰ ਤੇ ਬੈਠ ਗਿਆ, ਉਧਰ ਪਾਠ ਸ਼ੁਰੂ ਕਰ ਦਿੱਤਾ। ਪਰ ਯਕੀਨ ਕਰਨਾ, ਜਾਪ ਸਾਹਿਬ ਸ਼ੁਰੂ ਕੀਤਾ, ਜਦੋਂ ਤੱਕ ਆਨੰਦ ਸਾਹਿਬ ਦੀ ਸਮਾਪਤੀ ਨਹੀਂ ਹੋ ਰਹੀ, ਇੱਕ ਵਾਰ ਵੀ ਗਾਰਡ ਨਹੀਂ ਆਇਆ ਬੋਲਣ, ਇੱਕ ਵਾਰ ਵੀ ਕਿਸੇ ਨੇ ਟੋਕ ਨਹੀਂ ਪਾਈ ਕਿ ਤੁਸੀਂ ਇਧਰੋਂ ਉੱਠੋ, ਕਿਉਂ ਬੈਠੇ ਹੋ ਸਟ੍ਰੈਚਰ ਤੇ। ਹਾਲਾਂਕਿ ਮੇਰੇ ਸਾਹਮਣੇ ਉਹ 10 ਵਾਰ ਮਨਾ ਕਰ ਚੁੱਕਿਆ ਸੀ ਹੋਰ ਲੋਕਾਂ ਨੂੰ, ਸਟ੍ਰੈਚਰ ਦੇ ਲਾਗੇ ਨਾ ਰਹੋ, ਸਟ੍ਰੈਚਰ ਖਾਲੀ ਰਹਿਣਾ ਚਾਹੀਦਾ, ਐਮਰਜੈਂਸੀ ਵਿੱਚ ਯੂਜ਼ ਹੁੰਦਾ ਹੈ। ਮੈਂ ਬੈਠ ਗਿਆ, ਪਰ ਮੈਂ ਇਹ ਕਹਿ ਦੇਵਾਂ ਕਿ ਬੜੀ ਇਕਾਗਰਤਾ ਨਾਲ ਮੈਂ ਨਿਤਨੇਮ ਕੀਤਾ, ਬਿਲਕੁਲ ਵੀ ਨਹੀਂ। ਪਾਠ ਕਰਦੇ ਮੈਨੂੰ ਸਭ ਪਤਾ ਸੀ ਕਿ ਕਦੋਂ ਲਿਫਟ ਖੁੱਲ ਰਹੀ ਹੈ ਮੇਰੇ ਪਿੱਛੇ, ਕਿਹੜੇ ਮਰੀਜ਼ ਆ ਰਹੇ ਨੇ, ਡਾਕਟਰ ਕੀ ਕਹਿ ਰਹੇ ਨੇ, ਰੌਲਾ ਪੈ ਰਿਹਾ ਹੈ, ਕੀ ਡਿਸਕਸ਼ਨ ਹੋ ਰਹੀ ਹੈ ਉਸ ਵੇਟਿੰਗ ਏਰੀਆ ਵਿੱਚ, ਕਿਹੜੇ ਲੋਕ ਕੀ ਗੱਲਬਾਤ ਕਰਨ, ਮੈਨੂੰ ਸਭ ਪਤਾ ਸੀ। ਰੱਤਾ ਮਾਸਾ ਵੀ ਧਿਆਨ ਮੇਰੇ 'ਚ ਨਹੀਂ ਸੀ। ਅੰਦਰੋਂ ਮੇਰਾ ਦਿਲ ਇੰਨਾ ਰੋ ਰਿਹਾ ਸੀ ਜਦੋਂ ਮੈਂ ਅਰਦਾਸ ਕੀਤੀ ਉੱਥੇ ਨਿਤਨੇਮ ਦੀ, ਇਤਨਾ ਦਿਲ ਮੇਰਾ ਰੋ ਰਿਹਾ ਸੀ ਕਿ 10 ਲੱਖ ਦੇ ਹਜ਼ੂਮ ਵਿੱਚ ਵੀ ਸਤਿਗੁਰੂ ਤੁਸੀਂ ਇਕਾਗਰਤਾ ਨਾਲ ਬੈਠ ਸਕਦੇ ਹੋ। ਸਾਰੀ ਦੁਨੀਆ ਸੁੱਤੀ ਹੈ,
ਕੱਲਾ ਮੈਂ ਸਟ੍ਰੈਚਰ ਤੇ ਇਕਾਗਰਤਾ ਨਾਲ ਨਹੀਂ ਬੈਠ ਸਕਦਾ, ਨਹੀਂ ਬੈਠ ਸਕਦਾ। ਕਿਤਨੀ ਇਕਾਗਰਤਾ ਸਤਿਗੁਰੂ ਦੀ ਹੋਏਗੀ। ਅਜੀਤ ਸਿੰਘ ਨੂੰ ਸੰਗਤ ਵਿੱਚ ਬੈਠਣ ਨਹੀਂ ਸੀ ਦਿੱਤਾ ਨਿਤਨੇਮ ਵੇਲੇ, ਉਮਰ ਕੇਵਲ 17 ਸਾਲ, ਨਹੀਂ ਤੇ ਹੁੰਦਾ ਕਿ ਪਹਿਲੇ ਬੱਚਿਆਂ ਨੂੰ ਸਿਕਿਉਰ ਕਰ ਲਈਏ। ਅਜੀਤ ਸਿੰਘ ਨੂੰ ਕਿਹਾ ਤੁਸੀਂ ਉਦੈ ਸਿੰਘ ਨਾਲ ਉੱਤਰ ਦੀ ਬਾਹੀ ਤੇ ਲੜੋਗੇ, ਉਧਰ ਤੁਸੀਂ ਸੰਗਤ ਨੂੰ ਇਧਰੋਂ ਬਚਾਉਣਾ ਹੈ। ਦਿਲ ਵਿੱਚ ਕਿਤਨੀ ਤੁਕਤੁਕੀ ਹੋਣੀ ਚਾਹੀਦੀ ਸੀ ਕਿ ਮੇਰੇ ਬੱਚੇ ਲੜ ਰਹੇ ਨੇ, ਸ਼ਹੀਦ ਹੋ ਸਕਦੇ ਨੇ ਕਦੀ ਵੀ। ਮੇਰੀ ਮਹਿਲ, ਮੇਰੀ ਮਾਤਾ, ਮੇਰੇ ਨਿਕੜੇ ਲਾਲ, ਮੇਰਾ ਖਾਲਸਾ, ਮੇਰੇ ਪਰਿਜਨ ਸਾਰੇ ਬੈਠੇ ਨੇ, ਕਦੀ ਵੀ ਹਮਲਾ ਹੋ ਸਕਦਾ ਹੈ, ਕੋਈ ਵੀ ਮਾਰਿਆ ਜਾ ਸਕਦਾ ਹੈ। ਪਰ ਧੰਨ ਨੇ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਿ 10 ਲੱਖ ਦੇ ਹਜ਼ੂਮ, ਮਾਰ ਕਾਟ ਤੋਪਾਂ ਤੇ ਗੋਲੀਆਂ ਦੀ ਹੋ ਰਹੀਆਂ ਹੋਵੇ, ਤੀਰਾਂ ਤੇ ਧਨੁਖ ਚੱਲ ਰਹੇ ਹੋਣ, ਨੇਜੇ ਤੇ ਬਰਛੇ ਵਰ ਰਹੇ ਹੋਣ, ਸਤਿਗੁਰੂ ਇਕਾਗਰਤਾ ਨਾਲ ਅਡਿੱਗ ਤੇ ਅਡੋਲ ਨਿਤਨੇਮ ਕਰ ਰਹੇ ਨੇ। ਕਿਉਂ? ਕਿਉਂਕਿ ਗੁਰਬਾਣੀ ਕਹਿ ਰਹੀ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਧਿਆਵੈ। ਮੈਂ ਫਿਰ ਕਹਾਂ, ਗੱਲ ਮੈਂ ਇਧਰੋਂ ਸ਼ੁਰੂ ਕੀਤੀ, ਚੈਨਲ ਕੋਈ ਵੀ ਲਗਾ ਲਓ ਟੀਵੀ ਦਾ, ਕਿਸੇ ਵੀ ਗੁਰਦੁਆਰੇ ਦੀ ਕਥਾ ਲਗਾਓ, ਕੈਮਰਾਮੈਨ ਜਾਂ ਤਾਂ ਉੱਥੇ ਕੈਮਰਾ ਚਲਾ ਰਿਹਾ ਹੋਵੇਗਾ ਜਿੱਥੇ ਕੋਈ ਬੀਬੀ, ਕੋਈ ਮਾਈ ਭਾਈ ਰੋ ਰਿਹਾ, ਜਾਂ ਤਾਂ ਕਥਾਵਾਚਕ ਆਪ ਹੀ ਭੁੱਬਾਂ ਨਿਕਲ ਰਹੀਆਂ ਉਹਨਾਂ ਦੀਆਂ। ਕਥਾਵਾਚਕ ਦੀ ਕਮਜ਼ੋਰੀ ਹੈ ਕਿ ਉਹ ਸਟੇਜ ਤੋਂ ਰੋ ਰਿਹਾ ਹੈ, ਸੰਗਤ ਦੀ ਕਮਜ਼ੋਰੀ ਹੈ ਥੱਲੇ ਬੈਠ ਕੇ ਰੋ ਰਹੇ ਨੇ। ਇਹ ਰੋਣ ਦਾ ਸਮਾਂ ਕੋਈ ਨਹੀਂ ਜੇ। ਜਾਂ ਤਾਂ ਰੋਈਏ ਕਿ ਕਲਗੀਧਰ ਰੋਏ ਹੋਣ, ਇੱਕ ਅਥਰੂ ਵੀ ਨਹੀਂ ਜਾਂਦਾ, ਇੱਕ ਅਥਰੂ ਵੀ ਅੱਖ ਵਿੱਚ ਇਤਿਹਾਸ ਨਹੀਂ ਲਿਖਦਾ ਕਿ ਸਤਿਗੁਰੂ ਦੀ ਅੱਖਾਂ ਵਿੱਚ ਅਥਰੂ ਹੋਵੇ। ਸਹੀ, ਦੁੱਖ ਔਰ ਵੈਰਾਗ ਵਿੱਚ ਬੜਾ ਅੰਤਰਾਲ ਹੈ। ਵੈਰਾਗ ਦੇ ਅਥਰੂ ਹੋਣ ਵੱਖਰੀ ਚੀਜ਼ ਹੈ। ਵਿਰਾਗ ਹੈ ਵਾਹਿਗੁਰੂ ਤੋਂ ਵਿਛੋੜੇ ਦਾ ਅਹਿਸਾਸ ਕਿ ਤੂੰ ਵਿਛੜ ਗਿਆ, ਵਿਰਾਗ ਹੈ, ਹੁਣ ਅਥਰੂ ਹੋਣੇ ਚਾਹੀਦੇ ਨੇ। ਜੇ ਅਸੀਂ ਰੋਣਾ ਨਹੀਂ ਤੇ ਫਿਰ ਇਸ ਹਫਤੇ ਵਿੱਚ ਅਸੀਂ ਸਿੱਖਣਾ ਕੀ ਹੈ? ਅਸੀਂ ਸਿੱਖਣਾ ਇਹ ਹੈ ਕਿ ਵੱਡੀਆਂ ਵੱਡੀਆਂ ਗੱਲਾਂ ਤੇ ਅਸੀਂ ਬੜੀ ਕਰ ਲੈਂਦੇ ਹਾਂ। ਸਕੂਲ ਵਿੱਚ ਟੀਚਰ ਹਾਂ ਮੈਂ, ਟੀਚਰ ਖਫਾ ਬੜੇ ਹੋ ਜਾਂਦੇ ਨੇ ਮੇਰੇ ਤੋਂ। ਕਿਉਂ? ਸਕੂਲ ਵਿੱਚ ਸਤਿਗੁਰਾਂ ਦਾ ਪ੍ਰਕਾਸ਼ ਹੈ, ਤੇ ਜਦੋਂ ਗੁਰਦੁਆਰੇ ਸਾਹਿਬ ਅੰਦਰ ਜਾਣਾ ਹੋਵੇ ਤੇ ਦਰਵਾਜ਼ੇ ਤੇ ਇੱਕ ਬੋਰਡ ਲੱਗਿਆ ਸਾਡੇ ਸਕੂਲ ਦੇ, ਰਿਮੂਵ ਯੋਰ ਸ਼ੂਜ਼ ਐਂਡ ਸੌਕਸ ਵਾਈਲ ਐਂਟਰਿੰਗ ਬਾਬਾ ਜੀਜ਼ ਰੂਮ, ਇਹ ਲਿਖਿਆ ਹੋਇਆ ਹੈ। ਕਿਰਪਾ ਕਰਕੇ ਆਪਣੇ ਜੋੜੇ ਤੇ ਜੁਰਾਬਾਂ ਅੰਦਰ ਲਾ ਕੇ ਜਾਓ। ਮੈਨੂੰ ਲਗਭਗ 1.5 ਸਾਲ ਦਾ ਸਮਾਂ ਹੋਇਆ ਸਕੂਲ 'ਚ। ਜਦੋਂ ਕਦੀ ਮੌਕਾ ਲੱਗਦਾ ਹੈ ਕਿਸੇ ਨਾਲ ਵਿਚਾਰ ਕਰਨ ਦਾ ਜਾਂ ਗੁਰਦੁਆਰੇ ਸਾਹਿਬ ਹੋਵਾਂ ਸਕੂਲ ਦੇ, ਤੇ ਮੈਂ ਵੀ ਬੇਨਤੀ ਇਹੀ ਕਰਦਾ ਟੀਚਰ ਸਾਹਿਬਾਨਾਂ ਨੂੰ ਕਿ ਕੋਸ਼ਿਸ਼ ਕਰੋ ਜੁਰਾਬਾਂ ਲਾ ਕੇ ਜਾਓ। ਖਫਾ ਬੜੇ ਹੁੰਦੇ ਨੇ, ਕੱਲ੍ਹ ਦਾ ਆਇਆ ਲੜਕਾ ਇਹ ਸਾਨੂੰ ਦੱਸੇਗਾ 1960 ਦਾ ਬਣਿਆ ਸਕੂਲ, ਅਸੀਂ ਜੁਰਾਬਾਂ ਪਾ ਕੇ ਆ ਰਹੇ ਹੈ ਕੌਣ ਤੂੰ ਬਈ? ਇੱਕ ਦਿਨ ਸਟਾਫ ਰੂਮ ਵਿੱਚ ਵਿਚਾਰ ਹੋ ਰਹੀ ਸੀ, ਕੁਝ ਟੀਚਰਾਂ ਬੜੀ ਭਾਵੁਕ ਹੋ ਕੇ ਗੱਲ ਕਰ ਰਹੀਆਂ ਸਨ। ਦੇਖੋ ਜੀ, ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ, ਠੰਡੇ ਬੁਰਜ ਵਿੱਚ 3 ਦਿਨ ਰਹੇ, ਕਿਵੇਂ ਉਹਨਾਂ ਨੇ ਠੰਡ ਸਹਾਰੀ। ਬੜੀ ਭਾਵੁਕ ਹੋ ਕੇ ਬੜੇ ਜਜ਼ਬੇ ਵਿੱਚ ਗੱਲਾਂ ਕਰ ਰਹੀਆਂ ਸਨ। ਮੈਨੂੰ ਮੌਕਾ ਮਿਲ ਗਿਆ, ਮੈਂ ਉਹਨਾਂ ਨੂੰ ਹੱਥ ਬੰਨ੍ਹ ਬੇਨਤੀ ਕੀਤੀ, ਭਾਵੇਂ ਖਫਾ ਬਹੁਤ ਹੁੰਦੇ ਨੇ ਮੇਰੇ ਤੋਂ, ਮੈਂ ਉਹਨਾਂ ਨੂੰ ਹੱਥ ਬੰਨ੍ਹ ਬੇਨਤੀ ਕੀਤੀ। ਮੈਂ ਕਿਹਾ ਵੱਡੀਆਂ ਵੱਡੀਆਂ ਗੱਲਾਂ ਕਰ ਲੈਣੀਆਂ ਠੰਡ ਦੀਆਂ ਕਿ ਠੰਡ ਸਹਾਰ ਗਏ, 3 ਦਿਨ ਠੰਡੇ ਬੁਰਜ ਵਿੱਚ ਰਹਿ ਗਏ, ਬੜੀਆਂ ਸੌਖੀਆਂ ਗੱਲਾਂ ਕਰਨੀਆਂ, 2 ਮਿੰਟ ਜੁਰਾਬਾਂ ਉਤਾਰ ਕੇ ਅੰਦਰ ਆਉਣਾ ਬੜਾ ਔਖਾ ਹੈ। ਤੇ ਹੁਣ ਪਤਾ ਕੀ, ਉਹਨਾਂ ਨੇ ਮੇਰੇ ਸਾਹਮਣੇ ਐਸੀਆਂ ਗੱਲਾਂ ਹੀ ਕਰਨੀ ਛੱਡ ਦਿੱਤੀਆਂ। ਕਿ ਲੈਕਚਰ ਨਾ ਸ਼ੁਰੂ ਹੋ ਜਾਏ ਸਰ ਦਾ। ਪਰ ਮੈਂ ਇੱਥੇ ਵੀ ਬੇਨਤੀ ਕਰ ਜਾਵਾਂ, ਵੱਡੀਆਂ ਵੱਡੀਆਂ ਗੱਲਾਂ ਕਰ ਲੈਣੀਆਂ ਬੜੀਆਂ ਸੌਖੀਆਂ। ਸਤਿਗੁਰਾਂ ਨੇ ਅੱਖਾਂ ਦੇ ਸਾਹਮਣੇ ਦੇਖੋ ਜੀ ਲਾਲ ਸ਼ਹੀਦ ਕਰਾ ਦਿੱਤੇ। ਅੱਜ ਘਰ ਜਾ ਕੇ ਤੁਸੀਂ ਵੀ ਸੁਣਾਓਗੇ, ਦੇਖੋ ਜੀ 10 ਲੱਖ ਦਾ ਹਜ਼ੂਮ ਤੇ 3 ਘੰਟੇ ਸਤਿਗੁਰੂ ਨਿਤਨੇਮ ਕਰਦੇ ਰਹੇ। ਆਸਾ ਕੀ ਵਾਰ ਦਾ ਕੀਰਤਨ ਹੋਇਆ 10 ਲੱਖ ਦੇ ਹਜ਼ੂਮ ਵਿੱਚ। ਪਰ ਕੱਲ ਸੰਡੇ ਹੈ, ਤੁਸੀਂ ਸਵੇਰੇ ਉੱਠੋਗੇ, ਜੇ ਉੱਠਦੇ ਹੋ ਤੇ ਮੁਬਾਰਕ ਹੈ,
पर बच्चे सो रहे होणगे, किहड़ी माँ उठाएगी? उदों नितनेम शितनेम सब भुल जाएगा। उदों सौण दिओ बच्चों नूं, छोटे छुट्टी है ना, स्कूल जाना है मंडे नूं, संडे अज ते सौण दिओ। गल्लां करे घनेरियां खसम ना पाए साध। गल्लां नाल ते वाहिगुरू नूं अज तक किसी ने नहीं पाया। जे असी नितनेम दे धारनी गुरपुरब मना के ना हो सके ना, ते गुरुद्वारे विच रोना धोना केवल ढोंग है और कुछ भी नहीं। इस तो ऊपर कुछ भी नहीं। मत्थे टेकना सतगुरु नूं केवल ढोंग है, इस तो ऊपर कुछ भी नहीं। बड़ियां वड्डियां वड्डियां गल्लां कर लैणियां। देखो जी, छोटी जी खिड़की खुली सी साहिबजादियां लई, उन्होंने सिर नहीं झुकाया, पैर अंदर नूं पाया, झुके नहीं। अपने केसां दी आन बान और शान कायम रखी। केस नहीं कटाए उन्होंने, मुसलमान नहीं बने, शहीद हो गए। बड़े जज्बे नाल असी होर धर्मां नूं भी अपने साथियां नूं सुणांदे होवांगे। देखो जी, साडे धर्म दे लाल सन केवल 7 और 9 साल। असी भी बड़े भावुक हुंदे होवांगे सुणांदे होए, सुनन वाला भी बड़ा भावुक हुंदा होएगा सुणदे होए कि केस केवल टोपी ते रखनी सी सिर उपर, कहना सी असी मुसलमान हो गए। ये गल्लां असी बड़े जज्बे नाल कर लैंदे आ, पर विआह दा मौका होवे 1 सैकेंड नहीं बीबियां लाउंदियां ब्यूटी पार्लर जांदे होए। उदों सिੱਖੀ कित्थे चली जाती है? उदों मैं पुछ लवां साहिबजादियां का इतिहास कित्थे चले जाता है? मैं फिर कह देवां, गल्लां करे घनेरियां खसम ना पाए साध। चतुराई ना चतुर्भुज पाई, चतुराइयां सियाणपां कितै काम ना आई है। माथे तिलक हाथ माला बाना, लोगन राम खिलौना जाना। लोगों लग रहा है कि राम तो खिलौना है, इसनों केड़ा पता है। हाँ जी, भावुक हो जाओ। इस हफ्ते विच लोगों भी सुना दो, नीहा चिणे गए जी साडे साहिबजादे। भावुक मैं भी बड़ा, सतगुरु ने दिल कुछ इस तरह का मेरा बनाया है। 4 साहिबजादे मूवी नहीं मैं देख सकता, दिल वलूंदरिया जाता है मेरा। सतगुरु की नियामत। पर मैं कदी मूवी देखते अखां विच अथरू आ जान, एकदम अपने आप को झंझोड़दा और मैं देखदा ये अथरू किधर तक मेरे गिले रख सकते हैं मेरियां अखां नूं। जे ते ये अथरू केवल गुरुद्वारे की दहलीज तक रहे और गुरुद्वारे की दहलीज तो बाहर सुक गए, ये अथरू केवल ढोंग है। मैं कह जावां इस तो पर कुछ भी नहीं, कुछ भी नहीं। केसां दियां गल्लां कर लैणियां बड़ियां सौखियां है, पर बालां ते डाई लगा लेना उस तो होर सौखा है। एक कह लेना बड़ा सौखा है। देखो जी, सतगुरु ने परवाह नहीं की, अखां सामने तोड़ दिते। भाई तारू सिंह होरां दी असीं गल करदे हां, 24 साल उम्र केवल। असीं रोज़ अरदास विच पढ़दे हां, जिन्हां ਸਿੰਘਾਂ ਸਿੰਘਣੀਆਂ ने धर्म हेत सीस दिते, बंद बंद कटाए खोपरियां लोहाइयां। खोपर लोहा दिता 24 साल के भाई तारू सिंह ने। केसां नूं आंच नहीं आण दिती। मुआफ़ करना, नाई की दुकान ते वीर भी बैठे ने ते पार्लां च सिख बीबियां भी बैठियां हुई। उदों सिੱਖੀ कित्थे चली जाती है? केवल सिर ते औरंगजेब के हथ की बनी टोपी रखनी सी साहिबजादियां ने, वो नहीं रखी। सियाल का मौसम चल रहा है ना जी, जैकटां दे पिछे हुड बने हुंदे ने जी, टोपियां। केवल टूक मात्र मैं बयान करा, असी देखी असी कित्थे तक पानी चा। ये छोटे छोटे बच्चे मैं देखा पटके बन्ने हुंदे ने, केसकियां ते हुड पा लेंदे ने उपरों। तो मैं पुछदा, बच्चे टोपी पाई है? कहंदे तुसीं ते हर जगह तरक ही चुकनी, तुसीं ते हर जगह ही किचपिच करनी है साडे नाल, ठंड लगती है कन्नां नूं ते टोपी ना पाई तो होर की करिए। मैं क्या किधरे दृढ़ता नाल सुनानी होवे गल, होए सिख सिर टोपी धरे 7 जन्म कुश्ती होए मरे, उदों ते असीं बड़े पहरेदार बन जाएंगे। गुरु गोबिंद सिंह साहब ने यह कहा जी, टोपी नहीं पाउणी, पर उन्हें ठंड लगती है तो भावें पा लो, किसी नूं की पता चल रहा है। जान बचानी है, जान तो प्यारा तो कुछ भी नहीं, पर सतगुरां नूं जान तो प्यारी है सिੱਖੀ। असी आम एक कविता सुनते हैं, सिर जावे तां जावे मेरा सिੱਖੀ सिदक ना जावे। केवल गल्लां,
ਪੈਰ ਪੈਰ ਤੇ ਸਿੱਖੀ ਸਿਦਕ ਡੋਲ ਜਾਂਦਾ ਸਾਡਾ, ਪੈਰ ਪੈਰ ਤੇ, ਸਿਰ ਤੇ ਚਿੱਟਾ ਵਾਲ ਹੀ ਸਿੱਖੀ ਸਿਦਕ ਡੁਲਾ ਦਿੰਦਾ। ਹਾਏ ਲੋਕੀ ਬੁੱਢੀ ਕਹਿਣਗੇ, ਲੋਕੀ ਮਾਤਾ ਕਹਿਣਗੇ, ਕਿਵੇਂ ਬਰਦਾਸ਼ਤ ਕਰ ਲਈਏ। ਐਸੀ ਅਰਦਾਸ ਕਰੀਏ ਲੋਕੀ ਸ਼ਹੀਦ ਕਹਿਣ, ਲੋਕੀ ਸਿੱਖ ਕਹਿਣ, ਲੋਕੀ ਗੁਰਸਿੱਖ ਕਹਿਣ, ਲੋਕੀ ਕਹਿਣ ਕਿ ਤੁਰਦਾ ਫਿਰਦਾ ਬੰਦਾ ਨਹੀਂ, ਇਹ ਤੇ ਤੁਰਦਾ ਫਿਰਦਾ ਗੁਰਦੁਆਰਾ ਹੀ ਚੱਲਿਆ ਆ ਰਿਹਾ ਹੈ। ਇਹ ਗੁਰੂ ਕਾ ਸਿੱਖ ਨਹੀਂ ਜਾਪਦਾ, ਗੁਰੂ ਹੀ ਤੁਰਿਆ ਆ ਰਿਹਾ ਹੈ। ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਏਤ ਦੁਆਰਾ ਧੋਏ ਹੱਛਾ ਹੋਏ ਸੀ। ਸਮਾਪਤੀ ਵੱਲ ਤੁਰਾਂ। ਸਤਿਗੁਰੂ ਨੇ ਨਿਤਨੇਮ ਦੀ ਸਮਾਪਤੀ ਕੀਤੀ। 250 ਸਿੰਘ ਜਿਹੜਾ ਪਹਿਰੇ 'ਚ ਖੜਾ ਸੀ, ਸਾਰੇ ਸ਼ਹੀਦ ਹੋ ਗਏ, ਇੱਕ ਵੀ ਸਿੰਘ ਨਹੀਂ ਬਚਿਆ, ਇੱਕ ਵੀ ਸਿੰਘ। ਪਰ 250 ਜਿਹੜੇ ਸੰਗਤ ਵਿੱਚ ਸਨ, ਉਹਨਾਂ ਵਿੱਚੋਂ ਇੱਕ ਵੀ ਸ਼ਹੀਦ ਨਹੀਂ ਹੋਇਆ। ਭਾਈ ਦਇਆ ਸਿੰਘ ਨੇ ਗਲ ਵਿੱਚ ਪੱਲਾ ਲੈ ਕੇ ਸਤਿਗੁਰਾਂ ਨੂੰ ਰੋਸ ਪ੍ਰਗਟ ਕੀਤਾ ਹੈ, ਗੱਲ ਨਹੀਂ ਕੀਤੀ, ਰੋਸ, ਗੁੱਸਾ ਪ੍ਰਗਟ ਕੀਤਾ। ਸਤਿਗੁਰੂ, ਮੈਂ ਸੋਚਦਾ ਸੀ ਤੁਸੀਂ ਖਾਲਸੇ ਨੂੰ ਜਾਨ ਤੋਂ ਵੀ ਪਿਆਰ ਕਰਦੇ ਹੋ। ਅੱਜ ਮੇਰਾ ਧੋਖਾ ਮੇਰੀ ਅੱਖਾਂ ਦੇ ਸਾਹਮਣੇ ਉਤਰ ਗਿਆ। ਤੁਸੀਂ ਤੇ ਸਾਡੇ ਸਿਰਾਂ ਦਾ ਮੁੱਲ ਬਹੁਤ ਥੋੜਾ ਪਾਇਆ, ਬਹੁਤ ਥੋੜਾ। ਹੁਣ ਸਤਿਗੁਰੂ ਹੱਥ ਬੰਨ ਲੈਂਦੇ ਨੇ, ਹੈ ਦਇਆ ਸਿੰਘ ਤੁਸੀਂ ਇਸ ਤਰ੍ਹਾਂ ਕਹਿ ਰਹੇ ਹੋ। ਸਤਿਗੁਰੂ 250 ਸਿੰਘ ਸ਼ਹੀਦ ਹੋ ਗਿਆ, ਅੱਜ ਨਿਤਨੇਮ ਨਾ ਕਰਦੇ ਇਹ 250 ਬਚ ਜਾਣੇ ਸੀ। ਹੁਣ ਸਤਿਗੁਰੂ ਦਇਆ ਸਿੰਘ ਨੂੰ ਕਹਿੰਦੇ ਨੇ, ਦਇਆ ਸਿੰਘ ਝਾਤ ਮਾਰ। ਕਿੰਨਾ ਕੁ ਸਮਾਂ ਸਾਨੂੰ ਲੱਗਿਆ ਕਿਲਾ ਛੱਡੇ ਤੇ ਸਰਸਾ ਨੂੰ ਪਹੁੰਚੇ। ਸਤਿਗੁਰੂ 2 ਘੰਟੇ ਵੀ ਨਹੀਂ ਲੱਗੇ। 2 ਘੰਟਿਆਂ ਵਿੱਚ ਦਇਆ ਸਿੰਘ ਕਿਤਨਾ ਸਿੰਘ ਸ਼ਹੀਦ ਹੋ ਗਿਆ। ਸਤਿਗੁਰੂ 9,500 ਸਿੰਘ ਸ਼ਹੀਦ ਹੋ ਗਏ। 9,500 ਸਿੰਘ ਸ਼ਹੀਦ ਹੋ ਗਿਆ ਦਇਆ ਸਿੰਘ 2 ਘੰਟਿਆਂ 'ਚ। 3-4 ਘੰਟੇ ਅਸੀਂ ਨਿਤਨੇਮ ਕੀਤਾ, ਕਿੰਨਾ ਸਿੰਘ ਸ਼ਹੀਦ ਹੋਇਆ? 250 ਸਿੰਘ। ਤੇ ਬਚ ਕਿੰਨਾ ਗਿਆ? 250। ਜਿਹੜੇ ਮੁਗਲ 9,500 ਸਿੰਘਾਂ ਨੂੰ 2 ਘੰਟਿਆਂ ਵਿੱਚ ਨੇਸਤੋ ਨਾਬੂਦ ਕਰ ਸਕਦੇ ਹਨ, ਉਹਨਾਂ ਲਈ 500 ਸਿੰਘ ਕਿੰਨੇ ਕੁ ਸਮਾਂ ਲੱਗੇਗਾ ਮਾਰਨ ਨੂੰ? ਦਇਆ ਸਿੰਘ ਇਹ 250 ਸਿੰਘ ਜਿਹੜੇ ਅੱਜ ਬਚ ਗਏ ਨੇ, ਜਿਹੜਾ ਮੈਂ ਬਚ ਗਿਆ, ਜਿਹੜੇ ਸਾਹਿਬਜ਼ਾਦੇ ਜੀਵਿਤ ਤੈਨੂੰ ਦਿਖ ਰਹੇ ਨੇ, ਇਹ ਕੇਵਲ ਨਿਤਨੇਮ ਦੀ ਬਦੌਲਤ ਜਿੱਤ ਗਏ ਹਾਂ ਅਸੀਂ, ਨਿਤਨੇਮ ਦੀ ਬਦੌਲਤ ਬਚ ਗਏ ਹਾਂ ਅਸੀਂ। ਅੱਜ ਨਿਤਨੇਮ ਨਾ ਹੁੰਦਾ ਤੇ ਮੈਂ ਵੀ ਤੇ ਮੇਰੇ ਪਰਿਵਾਰ ਨੇ ਵੀ ਪੰਥ ਦੇ ਲੇਖੇ ਇੱਥੇ ਹੀ ਲੱਗ ਜਾਣਾ ਸੀ। ਮੈਂ ਸਿੱਖਾਂ ਦੇ ਸਿਰਾਂ ਦਾ ਮੁੱਲ ਥੋੜਾ ਨਹੀਂ, ਬੇਸ਼ਕੀਮਤੀ ਪਾਇਆ। ਦਇਆ ਸਿੰਘ ਨਿਤਨੇਮ ਨੇ ਬਚਾ ਲਿਆ। ਖੈਰ, ਸਤਿਗੁਰੂ ਸਰਸਾ ਜਦੋਂ ਪਾਰ ਕਰ ਰਹੇ ਨੇ, ਅਗਲਾ ਤੁਸੀਂ ਅਗਲੇ ਸਮਾਗਮਾਂ ਵਿੱਚ ਇਤਿਹਾਸ ਸੁਣੋਗੇ। ਪਰਿਵਾਰ 3 ਹਿੱਸਿਆਂ 'ਚ ਵੰਡਿਆ ਗਿਆ। ਮਾਤਾ ਜੀ ਤੇ 2 ਨਿੱਕੜੇ ਲਾਲ, ਮਾਤਾ ਗੁਜਰ ਕੌਰ ਇਹ ਗੰਗੂ ਬ੍ਰਾਹਮਣ ਨਾਲ ਤੁਰ ਪੈਂਦੇ ਹਨ। ਭਾਈ ਮਨੀ ਸਿੰਘ ਨਾਲ ਮਾਤਾ ਸਾਹਿਬ ਕੌਰ ਔਰ ਮਾਤਾ ਸੁੰਦਰ ਕੌਰ ਦਿੱਲੀ ਵੱਲ ਨੂੰ ਚਾਲੇ ਪਾ ਦਿੰਦੇ ਹਨ। ਤੇ ਸਤਿਗੁਰੂ ਲਗਭਗ 40 ਸਿੰਘਾਂ ਨਾਲ, ਆਪਣੇ 2 ਵੱਡੇ ਲਾਲਾਂ ਨਾਲ ਚਮਕੌਰ ਦੀ ਕੱਚੀ ਗੜੀ ਵਿੱਚ ਟਿਕਾਣਾ ਕਰਦੇ ਹਨ। 6 ਪੋਹ ਦੀ ਰਾਤ ਨੂੰ ਸਤਿਗੁਰੂ ਕਿਲਾ ਛੱਡਦੇ ਹਨ। 7 ਪੋਹ ਦੇ ਅੰਮ੍ਰਿਤ ਵੇਲਾ ਸੰਭਾਲ ਕੇ 7 ਪੋਹ ਦੀ ਸ਼ਾਮ ਸਤਿਗੁਰੂ ਗੜੀ 'ਚ ਟਿਕਾ ਕਰਦੇ ਹਨ। 8 ਪੋਹ ਦੀ ਦੁਪਹਿਰ ਤੱਕ ਸਤਿਗੁਰੂ ਕੋਲ ਜਿਹੜੇ 40 ਸਿੰਘ ਨੇ, ਇਹਨਾਂ ਵਿੱਚ ਕੇਵਲ 3 ਸਿੰਘ ਬਚ ਜਾਂਦੇ ਹਨ। ਸਤਿਗੁਰੂ ਦੇ ਲਾਲ ਵੀ ਹੱਥੋਂ ਜਾਂਦੇ ਗਏ, ਪਰ ਸਤਿਗੁਰੂ ਨੇ ਅੱਖ ਤੋਂ ਅਥਰੂ ਦਾ ਇੱਕ ਕਿਣਕਾ ਵੀ ਨਹੀਂ ਵਹਾਇਆ। ਪੁੱਤਰਾਂ ਦੀ ਲਾਸ਼ ਦੇ ਅੱਗੋਂ ਜਦੋਂ ਸਤਿਗੁਰੂ ਨਿਕਲ ਰਹੇ ਨੇ, ਜੋੜਾ ਉਤਾਰ ਦਿੰਦੇ ਹਨ ਤਾਂ ਕਿ ਮੇਰੇ ਕਿਸੇ ਸਿੱਖ ਦੇ ਕੇਸ ਕਿਧਰੇ ਖੁੱਲੇ ਹੋਣ ਤੇ ਮੇਰਾ ਜੋੜਾ ਨਾ ਲੱਗ ਜਾਵੇ। ਕੇਸ ਇਤਨੇ ਪਵਿੱਤਰ ਨੇ। ਮੈਂ ਫਿਰ ਬਿਆਨ ਕਰਾਂ, ਕੇਸ ਕਿਤਨੇ ਪਵਿੱਤਰ ਨੇ। 5 ਕਿਲਿਆਂ ਵਿੱਚੋਂ ਇੱਕ ਕਿਲੇ ਦਾ ਨਾਮ ਹੈ ਕੇਸਗੜ੍ਹ। ਕਿਸੇ ਕਿਲੇ ਦਾ ਨਾਮ ਕੜਾਗੜ੍ਹ, ਕਿਰਪਾਨਗੜ੍ਹ, ਕਛਹਿਰਾਗੜ੍ਹ ਨਹੀਂ ਹੈ। ਕੇਵਲ ਇੱਕ ਕਿਲੇ ਦਾ ਨਾਮ ਕੇਸਗੜ੍ਹ। ਕੇਸਾਂ ਨਾਲ ਸਤਿਗੁਰੂ ਨੂੰ ਕਿਤਨਾ ਪਿਆਰ ਹੋਵੇਗਾ, ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਕੇਸ ਸੰਭਾਲ ਲਈਏ। ਇਹ ਕੇਸਾਂ ਵਿੱਚ ਸਤਿਗੁਰੂ ਦਾ ਅੰਮ੍ਰਿਤ ਪਿਆ ਸੀ। ਚੇਤੇ ਰਵੇ, ਕਿਧਰੇ ਬਿਊਟੀ ਪਾਰਲਰ ਦਾ ਧਾਗਾ ਨਾ ਲੱਗ ਜਾਵੇ ਕੇਸਾਂ ਨੂੰ।
ਕਿਧਰੇ ਇਹਨਾਂ ਕੇਸਾਂ ਨੂੰ ਨਾਈ ਦਾ ਉਸਤਰਾ ਜਾਂ ਕੈਂਚੀ ਨਾ ਲੱਗ ਜਾਵੇ। ਸਤਿਗੁਰਾਂ ਨੂੰ ਕੇਸ ਜਾਨ ਤੋਂ ਵੀ ਪਿਆਰੇ ਸਨ। ਪੈਰਾਂ ਵਿੱਚ ਸੂਲ ਵੀ ਵੱਜਦੇ ਰਹੇ, ਸਤਿਗੁਰੂ ਨੇ ਜੋੜੇ ਨਹੀਂ ਸਨ ਪਾਏ। ਕੇਸ ਜਾਨ ਤੋਂ ਵੀ ਪਿਆਰੇ ਸਨ। ਭਾਈ ਦਇਆ ਸਿੰਘ ਦੇ ਪੁੱਛ ਲੈਣ ਤੇ ਕਿ ਇਤਨਾ ਗਰੀਬ ਤੇ ਇਤਨਾ ਨਿਰਮੋਹੀ ਬਾਪ ਕੋਈ ਨਹੀਂ ਜਿਹੜਾ ਆਪਣੇ ਬੱਚਿਆਂ ਦੀ ਲਾਸ਼ ਨੂੰ ਕਫਨ ਨਾ ਦੇ ਸਕੇ। ਮੈਂ ਆਪਣਾ ਕਮਰ ਕੱਸਾ ਸਾਹਿਬਜ਼ਾਦਿਆਂ ਦੇ ਮੂੰਹ ਤੇ ਪਾ ਦੇਵਾਂ? ਸਤਿਗੁਰੂ ਬਿਆਨ ਕਰਦੇ ਹਨ, ਨਹੀਂ। ਇੱਕ ਅਦੀਬ ਇੱਥੇ ਲਿਖਦਾ ਹੈ, ਸਤਿਗੁਰੂ ਦਇਆ ਸਿੰਘ ਨੂੰ ਕਹਿੰਦੇ ਹਨ, ਅਗਰ ਇਤਨਾ ਕੱਪੜਾ ਹੈ ਕਿ ਸਾਰੇ ਸਿੰਘਾਂ ਦਾ ਸਿਰ ਢੱਕ ਸਕੇ ਤੇ ਬੇਸ਼ੱਕ ਢੱਕ ਦੇ, ਪਰ ਦਇਆ ਸਿੰਘ ਕੱਲੇ ਅਜੀਤ ਸਿੰਘ ਜਾਂ ਜੁਝਾਰ ਸਿੰਘ ਨੂੰ ਕਫਨ ਨਾ ਦੇਵੇਂ। ਲੋਕੀ ਸਮਝਣਗੇ ਵਿਤਕਰਾ ਕਰ ਦਿੱਤਾ ਸਤਿਗੁਰੂ ਨੇ। ਇੱਕ ਸ਼ਾਇਰ ਬਾ ਕਮਾਲ ਲਿਖਦਾ ਹੈ, ਕਹਿੰਦਾ ਸਤਿਗੁਰੂ ਕਹਿੰਦੇ ਨੇ ਕਿ 8 ਪੋਹ ਦੀ ਸਵੇਰ ਮੇਰਾ ਵੀ ਬੜਾ ਚਾਅ ਸੀ ਕਿ ਮੈਂ ਵੀ ਸ਼ਹੀਦੀ ਪਾ ਜਾਵਾਂ, ਪਰ ਖਾਲਸੇ ਦੇ ਹੁਕਮ ਕਰਕੇ ਮੈਨੂੰ ਕਿਲਾ ਛੱਡਣਾ ਪਿਆ। ਉਹ ਲਿਖਦਾ ਹੈ, ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ, ਪਰ ਮੈਂ ਹੁਕਮ ਬੁਝਾ ਕੇ ਆ ਗਿਆ ਹਾਂ। ਲੋਕੀ ਕਹਿਣਗੇ ਕਹਿਣ ਲੱਖ ਵਾਰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ। ਸਤਿਗੁਰੂ ਦੀ ਭਾਵਨਾ ਕਲਮਬੰਦ ਕਰ ਰਿਹਾ ਹੈ ਕਿ ਸਤਿਗੁਰੂ ਕਹਿ ਰਹੇ ਨੇ, ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ, ਪਰ ਮੈਂ ਹੁਕਮ ਬੁਝਾ ਕੇ ਆ ਗਿਆ ਹਾਂ। ਲੋਕੀ ਕਹਿਣਗੇ ਕਹਿਣ ਲੱਖ ਵਾਰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ। ਮੈਨੂੰ ਰੱਤਾ ਪਰਵਾਹ ਨਹੀਂ, ਜੱਗ ਭਾਵੇਂ ਸਾਰਾ ਬੇਸ਼ੱਕ ਮੈਨੂੰ ਜੰਗ ਦਾ ਚੋਰ ਸਮਝੇ, ਪਰ ਮੈਂ ਇਹ ਨਾ ਸੁਣਾ ਕਿ ਗੁਰੂ ਗੋਬਿੰਦ ਸਿੰਘ ਨੇ ਪੁੱਤ ਹੋਰ ਸਮਝੇ ਤੇ ਸਿੰਘ ਹੋਰ ਸਮਝੇ। ਇਹ ਨਾ ਸੁਣਾ। ਮੇਰੇ ਲਈ ਜਿਉ ਜੇ ਮੇਰੇ ਪੁੱਤਰ ਨੇ, ਖਾਲਸਾ ਮੇਰੇ ਲਈ ਉਸ ਤੋਂ ਕਈ ਵਧੀਕ ਹੈ। ਮਾਤਾ ਸਾਹਿਬ ਕੌਰ ਨੂੰ, ਮਾਤਾ ਸੁੰਦਰ ਕੌਰ ਨੂੰ ਸਤਿਗੁਰੂ ਨੇ ਕਿਹਾ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੋਏ ਕਈ ਹਜ਼ਾਰ। ਮੈਂ ਕਈ ਵਾਰ ਸੋਚਦਾ ਸਤਿਗੁਰੂ ਨੇ ਉਂਗਲੀ ਕੀਤੀ ਹੋਣੀ ਹੈ, ਇਨ ਪੁੱਤਰਨ ਕੇ ਸੀਸ ਪਰ। ਬਸ ਇਹ ਖਿਆਲ ਕਰ ਲਈਏ, ਜਿਨ੍ਹਾਂ ਵੱਲ ਸਤਿਗੁਰੂ ਨੇ ਉਂਗਲੀ ਕੀਤੀ ਸੀ ਤੇ ਕਿਹਾ ਸੀ ਇਨ ਪੁੱਤਰਨ ਕੇ ਸੀਸ ਪਰ, ਜੇ ਸਤਿਗੁਰੂ ਬੈਠੇ ਹੋਣ ਅੱਜ ਉਂਗਲੀ ਕਰ ਲੈਣ ਤੇ ਕੀ ਮੈਂ ਉਸ ਉਂਗਲੀ ਦੇ ਸਾਹਮਣੇ ਖਲੋ ਸਕਦਾ ਕਿ ਸਤਿਗੁਰੂ ਕਹਿ ਦੇਣ ਇਸ ਪੁੱਤਰਨ ਕੇ ਸੀਸ ਪਰ? ਸਤਿਗੁਰੂ ਮੈਨੂੰ ਦੇਖ ਕੇ ਕਹਿ ਸਕਣ ਮਾਣ ਨਾਲ, ਇਸ ਦੇ ਸਿਰ ਤੇ ਮੈਂ ਸਾਹਿਬਜ਼ਾਦੇ ਸ਼ਹੀਦ ਕਰਾਏ ਸੀ। ਅੱਜ ਇੱਕ ਵਾਰ ਆਈਨੇ ਦੇ ਸਾਹਮਣੇ ਖੜੇ ਹੋ ਕੇ ਆਪਣੇ ਚਿਹਰੇ ਵੇਖ ਲਈਏ ਕਿ ਮੈਂ ਇਨ ਪੁੱਤਰਨ ਕੇ ਸੀਸ ਪਰ ਉਸ ਉਂਗਲ ਦੇ ਅੱਗੇ ਖਲੋ ਸਕਦਾ ਜਾਂ ਨਹੀਂ। ਕੇਵਲ 4 ਚੀਜ਼ਾਂ ਤੋਂ ਪਿੱਛੇ ਹੋ ਜਾਈਏ, 5 ਚੀਜ਼ਾਂ ਜੀਵਨ ਵਿੱਚ ਧਾਰ ਲਈਏ ਤੇ ਸਤਿਗੁਰੂ ਦੇ ਸੱਚੇ ਤੇ ਸੁੱਚੇ ਸਿੱਖ ਬਣ ਜਾਵਾਂਗੇ। ਕਹਿਣ ਨੂੰ ਮੇਰੇ ਕੋਲ ਬਹੁਤ ਕੁਝ ਹੈ, ਇਤਿਹਾਸ ਬਹੁਤ ਜ਼ਿਆਦਾ ਹੈ, ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਪਰ ਮੈਂ ਫਿਰ ਕਹਿ ਦੇਵਾਂ, ਸਤਿਗੁਰੂ ਨੇ 10 ਲੱਖ ਦੇ ਹਜ਼ੂਮ ਵਿੱਚ ਵੀ ਨਿਤਨੇਮ ਨਹੀਂ ਸੀ ਛੱਡਿਆ। ਸਵੇਰ ਹੋਏਗੀ, ਅੱਜ ਹੀ ਅਸੀਂ ਦੇਖ ਲਵਾਂਗੇ ਕਿ ਅਸੀਂ ਨਿਤਨੇਮ ਛੱਡ ਦਿੰਦੇ ਹਾਂ ਜਾਂ ਨਹੀਂ। ਪਰ ਹੈਰਤ ਦੀ ਗੱਲ ਹੈ, ਕੋਈ 10 ਲੱਖ ਦਾ ਹਜ਼ੂਮ ਮੇਰੇ ਪਿੱਛੇ ਨਹੀਂ, ਕੋਈ ਮੈਨੂੰ ਮਾਰ ਨਹੀਂ ਰਿਹਾ, ਕੋਈ ਫਰਸ਼ ਤੇ ਮੈਨੂੰ ਨਹੀਂ ਸੌਣਾ ਪੈ ਰਿਹਾ। ਜੀਵਨ ਵਿੱਚ ਸੁੱਖ ਹੀ ਸੁੱਖ ਹੈ, ਤਾਂ ਵੀ ਮੇਰੇ ਕੋਲ ਮੇਰਾ ਨਿਤਨੇਮ ਨਹੀਂ ਹੈ। ਤੇ ਕੀ ਮੈਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੇ ਅਥਰੂ ਵਹਾਣ ਦਾ ਹੱਕਦਾਰ ਹਾਂ? ਕਦਾਪੀ ਨਹੀਂ। ਕੀ ਸਾਹਿਬਜ਼ਾਦੇ ਮਾਣ ਨਾਲ ਮੈਨੂੰ ਵੇਖ ਕੇ ਕਹਿ ਸਕਣਗੇ ਕਿ ਇਹਨਾਂ ਪਿੱਛੇ ਮੈਂ ਸ਼ਹੀਦ ਹੋਇਆ ਸੀ? ਫਤਿਹ ਸਿੰਘ ਕਹਿ ਸਕਣਗੇ? 7 ਸਾਲ ਦੇ ਫਤਿਹ ਸਿੰਘ ਪੇੜ ਨਾਲ ਬੰਨ੍ਹ ਕੇ ਗੁਲੇਲ ਮਾਰ ਕੇ ਉਹਨਾਂ ਦੀ ਸੱਜੀ ਅੱਖ ਬਾਹਰ ਕੱਢ ਦਿੱਤੀ ਹੋਵੇ ਜਿਸ ਵਜ਼ੀਰ ਖਾਨ ਨੇ, ਜਿਹੜੇ ਸਾਹਿਬਜ਼ਾਦਿਆਂ ਦੀ ਗੋਡੇ ਚੱਪਣੀਆਂ ਉਤਾਰ ਦਿੱਤੀਆਂ ਹੋਣ, ਸਫੋਕੇਟ ਕਰਕੇ ਮਾਰ ਦਿੱਤਾ ਹੋਵੇ, ਧੌਣ ਉਹਨਾਂ ਦੀ ਲਾ ਦਿੱਤੀ ਹੋਵੇ, ਤੜਪ ਤੜਪ ਕੇ
ਪ੍ਰਾਣ ਨਿਕਲ ਰਹੇ ਹੋਣ ਸਾਹਿਬਜ਼ਾਦਾ ਫਤਿਹ ਸਿੰਘ ਦੇ, ਅੱਜ ਮੈਨੂੰ ਵੇਖ ਕੇ ਕਹਿ ਸਕਣਗੇ ਕਿ ਗਗਨਦੀਪ ਸਿੰਘ ਤੂੰ ਸੁਖੀ ਰਵੇਂ, ਮੈਂ ਆਪਣੀ ਜਾਨ ਦਿੱਤੀ ਸੀ। ਦੇਖ ਦੇਖ ਆਇਨੇ ਵਿੱਚ ਆਪਣਾ ਚਿਹਰਾ ਦੇਖ, ਕੀ ਤੂੰ ਮੇਰਾ ਭਰਾ ਹੋਣ ਦਾ ਹੱਕਦਾਰ ਹੈ ਜਾਂ ਨਹੀਂ? ਕੀ ਤੇਰੀ ਸ਼ਕਲ ਸੂਰਤ ਮੇਰੇ ਬਾਪ ਨਾਲ, ਮੇਰੇ ਭਰਾ ਨਾਲ, ਅਜੀਤ ਸਿੰਘ ਨਾਲ ਮਿਲਦੀ ਹੈ ਜਾਂ ਨਹੀਂ? ਐ ਮੇਰੀ ਮਾਂ, ਕੀ ਤੇਰੀ ਸ਼ਕਲ ਮਾਂ ਸਾਹਿਬ ਕੌਰ ਨਾਲ ਮਿਲਦੀ ਹੈ ਜਾਂ ਨਹੀਂ? ਐਤਕੀ ਨਾਈ ਦੀ ਦੁਕਾਨ ਵੱਲ ਰੁਕ ਕਰੀਏ ਤੇ ਚੇਤੇ ਰੱਖੀਏ ਸਾਡੀ ਉਂਗਲ ਫਤਿਹ ਸਿੰਘ ਨੇ ਪਕੜੀ ਹੋਈ ਹੈ। ਸਾਨੂੰ ਯਕੀਨਨ ਪਿੱਛੇ ਖਿੱਚ ਰਿਹਾ ਹੋਵੇਗਾ। ਐਤਕੀ ਕੁਰੈਤ ਕਰਨ ਲੱਗੀਏ, ਚੇਤੇ ਰੱਖੀਏ ਕਲਗੀਧਰ ਬੂਹੇ ਤੇ ਖੜੇ ਹੋਣਗੇ। ਜੋਗਾ ਸਿੰਘ, ਇਹ ਤੁਹਾਡੇ ਆਉਣ ਦੀ ਜਗ੍ਹਾ ਨਹੀਂ ਹੈ। ਭਾਵੇਂ ਇੱਕ ਵੈਸ਼ਿਆ ਦੇ ਘਰ ਦੇ ਬਾਹਰ ਸਤਿਗੁਰੂ ਨੂੰ ਖਲੋਣਾ ਪਏ, ਖਾਲਸੇ ਨੂੰ ਸੁਚੇਤ ਕਰ ਰਿਹਾ ਸਤਿਗੁਰੂ ਹਰ ਪਲ, ਹਰ ਦਮ, ਹਰ ਨਿਮਕ, ਹਰ ਚਸਾ, ਹਰ ਘੜੀ। ਪਰ ਅਸੀਂ ਚੇਤੇ ਰੱਖੀਏ, ਅਸੀਂ ਕਿਤਨਾ ਕੁ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਪਾਏ ਪੂਰਨਿਆਂ ਉੱਪਰ ਤੁਰਦੇ ਹਾਂ। ਮੈਨੂੰ ਲੱਗਦਾ ਹੈ ਜੇ ਇਤਨਾ ਹੀ ਸਮਝ ਲਵਾਂਗੇ, ਇਹ ਗੁਰਪੁਰਬ ਮਨਾਏ ਸਫਲੇ ਹੋ ਜਾਣਗੇ। ਕੱਲ੍ਹ ਨੂੰ ਲੋਕਾਂ ਨੇ ਕ੍ਰਿਸਮਸ ਵੀ ਮਨਾਉਣਾ ਹੈ। ਸਾਡੇ ਘਰ ਮੇਰਾ ਕਜ਼ਨ ਚਲਾਣਾ ਕਰ ਗਿਆ ਕੁਝ ਮਹੀਨੇ ਪਹਿਲੇ। ਮੈਂ ਵੇਖਿਆ ਉਹਨਾਂ ਦੇ ਘਰ ਵਿੱਚ ਇਤਨਾ ਸੋਗ ਵਾਪਰ ਗਿਆ। ਨੌਜਵਾਨ 30-32 ਸਾਲ ਉਹਨਾਂ ਦੀ ਉਮਰ ਸੀ, ਚਲਾਣਾ ਕਰ ਗਿਆ ਉਹਨਾਂ ਦੇ ਘਰ। ਇਤਨਾ ਸੋਗ ਹੋ ਗਿਆ ਕਿ ਪਰਿਵਾਰ ਵਿੱਚ ਕਈ ਵਿਆਹ ਦੇ ਪ੍ਰੋਗਰਾਮ ਆਏ ਉਸ ਤੋਂ ਬਾਅਦ, ਪਰ ਮੈਂ ਉਹਨਾਂ ਦੀ ਮਾਤਾ ਨੂੰ ਕਿਸੇ ਵਿਆਹ ਵਿੱਚ ਨਹੀਂ ਦੇਖਿਆ। ਅੱਜ ਸਾਹਿਬਜ਼ਾਦੇ ਸ਼ਹੀਦ ਹੋਏ ਹੋਣ, ਕੱਲ੍ਹ ਨੂੰ ਅਸੀਂ ਦੇਖ ਲਈਏ ਕਿੰਨੇ ਕ੍ਰਿਸਮਸ ਮਨਾ ਲੈਣਗੇ। ਮੇਰੇ ਭਰਾ ਦੀ ਘਰ ਮੌਤ ਹੋਈ ਪਈ ਹੋਵੇ, ਸ਼ਹੀਦ ਹੋ ਗਏ ਹਨ, ਇੱਕ ਨਹੀਂ, ਦੋ ਨਹੀਂ, 4 ਮੇਰੇ ਭਰਾ ਸ਼ਹੀਦ ਹੋ ਗਏ ਹੋਣ। ਕੱਲ੍ਹ ਲਾਲ ਟੋਪੀਆਂ ਤੇ ਕੈਂਡੀਜ਼ ਪਿੱਛੇ ਅਸੀਂ ਤੁਰਦੇ ਫਿਰੀਏ। ਮੇਰੇ ਤੋਂ ਜ਼ਿਆਦਾ ਬੇਸ਼ਰਮ ਤੇ ਲਾਚਾਰ ਹੋਰ ਕੋਈ ਵੀ ਨਹੀਂ ਹੋ ਸਕਦਾ। ਸਿੱਖ ਬੱਚਿਆਂ ਨੂੰ ਮੈਂ ਵੇਖਦਾ ਮੌਲ ਵਿੱਚ ਮਾਂ-ਬਾਪ ਲੈ ਜਾਂਦੇ ਨੇ ਲਾਲ ਡਰੈਸ ਬਣਾ ਕੇ, ਤਾਂ ਕਿ ਲੋਕ ਬੜੇ ਮੰਤਰ ਮੁਗਧ ਹੋਣ, ਦੇਖਣ ਕਿ ਛੋਟਾ ਜਿਹਾ ਸੈਂਟਾ ਆ ਰਿਹਾ ਹੈ। ਕਿਸੇ ਧਰਮ ਦੇ ਖਿਲਾਫ ਮੈਂ ਨਹੀਂ ਬੋਲਦਾ, ਬੋਲਣਾ ਵੀ ਨਹੀਂ ਚਾਹੀਦਾ, ਪਰ ਚੇਤੇ ਰਵੇ ਮੇਰੇ ਘਰ ਮੌਤ ਹੋਈ ਹੋਵੇ, ਪੜੋਸੀਆਂ ਦੇ ਘਰ ਜਨਮ ਦਿਨ ਮਨਾਉਣ ਮੈਂ ਕਿਵੇਂ ਚਲੇ ਜਾਵਾਂਗਾ? ਉਹਨਾਂ ਨੂੰ ਉਹਨਾਂ ਦਾ ਧਰਮ ਮੁਬਾਰਕ ਹੈ। ਪਰ ਅਸੀਂ ਸੁਚੇਤ ਰਹੀਏ ਆਪਣੇ ਲੈਵਲ 'ਤੇ ਅਸੀਂ ਕੀ ਕਰਨਾ ਹੈ। ਇੱਕ ਬਹੁਤ ਛੋਟੀ ਮੈਂ ਬੇਨਤੀ ਕਰਨੀ ਹੈ, ਬਹੁਤ ਜ਼ਰੂਰੀ, ਜਿਹੜੀ ਮੈਨੂੰ ਲੱਗਦੀ ਹੈ ਉਹ ਕਰਕੇ ਸਮਾਪਤੀ ਕਰ ਦਈਏ। 4 ਕੁਰੈਤਾਂ ਤੋਂ ਅਸੀਂ ਆਪਣੇ ਆਪ ਨੂੰ ਵਰਜ ਲਈਏ। ਬੱਚੇ, ਤੰਬਾਕੂ ਖਾਣਾ, ਕੁੱਠਾ ਖਾਣਾ, ਕੇਸਾਂ ਦੀ ਬੇਅਦਬੀ ਤੇ ਪਰ ਇਸਤਰੀ ਪੁਰਸ਼ ਦਾ ਗਮਨ। ਕਦੀ ਅਸੀਂ ਬਾਹਰ ਹੋਟਲ 'ਚ ਵਿਆਹ 'ਚ ਜਾ ਰਹੇ ਹੁੰਦੇ ਆ, ਕਦੀ ਨੋਟ ਕੀਤਾ ਕਿ ਇੱਧਰ ਤੰਬਾਕੂ ਕੋਈ ਖਾਂਦਾ ਤੇ ਨਹੀਂ ਹੈ, ਇੱਧਰ ਹਲਾਲ ਤੇ ਨਹੀਂ ਵਰਤਦਾ, ਇਸ ਹੋਟਲ 'ਚ ਕਿਧਰੇ ਹਲਾਲ ਮਾਸ ਤੇ ਨਹੀਂ ਖਾਂਦੇ ਲੋਕੀ, ਬਣਦਾ ਤੇ ਨਹੀਂ ਹੈ ਹਲਾਲ, ਕਿਧਰੇ ਇਹ ਭਾਈ ਤੰਬਾਕੂ ਦਾ ਸੇਵਨ ਤਾਂ ਨਹੀਂ ਕਰ ਰਹੇ। ਤੇ ਤੁਸੀਂ ਕਹੋਗੇ ਕਿ ਨਹੀਂ ਰੋਟੀ ਬਣਾਉਣ ਦੇ ਥੋੜ੍ਹੀ ਕਰ ਰਹੇ ਹੋਣਗੇ। ਤੇ ਮੈਂ ਕਹਿ ਦੇਵਾਂ, ਜਿਸ ਖੇਤ ਵਿੱਚ 2 ਸਾਲ ਪਹਿਲੇ ਤੰਬਾਕੂ ਬੀਜਿਆ ਗਿਆ ਸੀ, ਗੁਰੂ ਸਾਹਿਬ ਦਾ ਘੋੜਾ ਉਸ ਖੇਤ ਵਿੱਚ ਵੀ ਨਹੀਂ ਗੁਜ਼ਰਿਆ 2 ਸਾਲ ਪਹਿਲੇ। ਤੇ ਅਸੀਂ ਵਿਆਹ ਤੇ ਹੋਟਲ ਵਿੱਚ ਜਾਂਦੇ ਬੜੇ ਸੁਚੇਤ ਰਹੀਏ ਕਿ ਸ਼ਰਾਬ ਦਾ ਸੇਵਨ ਤੇ ਨਹੀਂ ਹੋ ਰਿਹਾ ਇੱਥੇ, ਤੇ ਜੇ ਮੈਂ ਉੱਥੇ ਵੀ ਖਾ ਰਿਹਾ ਤੇ ਮੈਂ ਗੁਰੂ ਦਾ ਸਿੱਖ ਕਹਿਲਾਉਣ ਦਾ ਹੱਕਦਾਰ ਨਹੀਂ। ਪਰ ਮੁਆਫ ਕਰਨਾ, ਵਿਆਹ ਤੇ ਹੋਟਲ ਤੇ ਰਹੇ ਦੂਰ, ਮੈਂ ਦੇਖਦਾ ਗੁਰਦੁਆਰਿਆਂ ਦੇ ਲਾਂਗਰੀ ਕੋਈ ਨਹੀਂ। ਗੁਰਦੁਆਰਿਆਂ ਵਿੱਚ ਲੰਗਰ ਬਣਾਉਣ ਵਾਲੇ ਉਹ ਨੇ ਜਿਹੜੇ ਬੀੜੀ ਵੀ ਫੂਕ ਰਹੇ ਨੇ ਤੇ ਜਿਹੜੇ ਤੰਬਾਕੂ ਵੀ ਰਗੜ ਰਹੇ ਨੇ। ਗੁਰਦੁਆਰਿਆਂ ਦਾ ਲੰਗਰ ਬਣ ਰਿਹਾ ਤੇ ਇੱਕ ਉਦਮ ਮੈਂ ਸਤਿਗੁਰੂ ਦੀ ਅਸੀਸ ਸਦਕਾ ਚੁੱਕਿਆ ਕਿ ਉਸ ਕਿਸੇ ਗੁਰਦੁਆਰੇ ਮੈਂ ਲੰਗਰ ਨਹੀਂ ਛਕਾਂਗਾ ਜਿੱਥੇ ਲੰਗਰ ਹਲਵਾਈ ਤਿਆਰ ਕਰ ਰਹੇ ਨੇ।
क्यों ना होवे सिख परिवार विचों कितने गरीब परिवार ने साडे कोल, उन्हां विचों कोई केटरिंग दा बिजनेस खोल के दे दिता जावे उन्हां नूं। जां होर वधिया होवे संगत जुड़ बैठे लंगर तैयार आप करे। तंबाकू तो गुरुदेव इतना परहेज करते सन कि सतगुरु का घोड़ा उस खेत विच भी नहीं सी गया जिस विच 2 साल पहले तंबाकू बीजिया गया सी। ते कोशिश करिए बहुत छोटियां छोटियां चीज़ां, केवल नितनेम दे धारनी हो जाइए, इतना ही बड़ा होएगा। परीक्षावां बड़ियां आउणगियां, कितनी भी वड्डी परीक्षा है, ये जबान विच कड्डण तो पहले कि मैं दुखी हाँ 10 बार सोच लेना कि मेरे चारों लाल जीवित हैं, मेरा बाप जीवित है, मेरी माँ जीवित है, मेरे कोल धन दौलत है, पान नू कपड़े हन, सिर छुपाण नू छत है, जेब विच पैसा है, साबत उंगलां हैं, मेरे कोल साबत अंग हैं जां नहीं। जे ये सारा कुछ विचों एक चीज़ भी है तो जबान सड़ जाएगी वो जिहड़ी कहेगी कि मैं दुखी हाँ। क्यों? ये सारा कुछ सतगुरुआं कोल नहीं सी, तां भी सतगुरु वाहिगुरू नूं उलांबा नहीं दिंदे। की कहंदे हन? मित्र प्यारे नूं हाल मुरीदां दा कहना। समाप्ति करिए, एक पंक्ति दोहरा लईए, नितनेम दे धारनी बन जाइए, सतगुरां तो कुर्बान हो जाइए। गुर को बल बल जाइए से गुर को बल बल जाइए, गुर को गुर को बल बल जाइए से गुर को बल बल जाइए, आप मुकत मोहे तारे, आप मुकत मोहे तारे, आप मुकत मोहे तारे, आप मुकत मोहे तारे, गुर को बल बल जाइए से गुर को बल बल जाइए, गुर को गुर को बल बल जाइए से गुर को बल बल जाइए, गुर को वाहे गुरु 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 कोटान कोट शुकर सतगुरु श्री गुरु ग्रंथ साहिब जियां दा, जिन्हां दे सिर ते जिन्हां ने दास के सिर ते हथ रख के आप विचार आप दे सन्मुख रखवा दिते हैं। आप संगत दा कोटान कोट शुकर, मैनेजमेंट कमेटी दा जिन्हां ने दास नूं हुक्म लाया ते आप संगत दे दर्शन दीदार बख्शे हैं। गुरपुरब मनाए सफल होणगे, नितनेम दे धारनी हो जाइए, वाहिगुरू सिमरन की जाच बच्चों को सिखा दईए। गुरपुरब मनाए सफल होणगे, विचारा रखदियां दास पासों बेअंत प्रकार दीयां भुल्लां गलतियां हो गईयां होणगियां, संगत ते गुरु बख्शण जोग है, बख्श लेना जी। सुना के मेरे हिरदे सिੱਖੀ वस जावे, सुन के आप दे हिरदे विच कुछ वस जावे। आप मेरे लिए अरदास करना, मैं आप लिए अरदास करां। देहो सज्जण असीसड़ियां, जो होवे साहिब समेल भुल्लां गलतियां दी खिमा जी। फतेह गजाइए जी। वाहिगुरू जी का खालसा, वाहिगुरू जी की फतेह।